ਮੇਰੇ ਵੱਲੋਂ ਇਸ ਵੀਡੀਓ ਨੂੰ ਦੇਖਣ ਜਾ ਰਹੇ ਸਾਰੇ ਸਟੂਡੈਂਟਸ ਨੂੰ ਸਤਿ ਸ਼੍ਰੀ ਅਕਾਲ। ਇਸ ਵੀਡੀਓ ਵਿੱਚ ਅਸੀਂ ਆਂਗਣਵਾੜੀ ਸੁਪਰਵਾਈਜ਼ਰ ਦੀ ਹੋਣ ਵਾਲੀ ਭਰਤੀ ਪ੍ਰੀਖਿਆ ਨੂੰ ਮੁੱਖ ਰੱਖਦੇ ਹੋਏ ਪ੍ਰੀਖਿਆਰਥੀਆਂ ਦੀ ਸਹਾਇਤਾ ਲਈ ਤਿਆਰ ਕੀਤਾ ਹੈ। ਅਸੀਂ ਦੇਖਿਆ ਹੈ ਕਿ ਨੈੱਟ ਉੱਪਰ ਜਿੰਨੇ ਵੀ ਵੀਡੀਓ ਇਸ ਪੇਪਰ ਦੀ ਤਿਆਰੀ ਲਈ ਪਾਏ ਗਏ ਹਨ, ਉਹਨਾਂ ਵਿੱਚ ਸਿਰਫ ਕਿਤਾਬਾਂ ਨੂੰ ਪੜ੍ਹ ਕੇ ਬੋਲਿਆ ਜਾ ਰਿਹਾ ਹੈ, ਕਨਸੈਪਟ ਨੂੰ ਸਮਝਾਇਆ ਨਹੀਂ ਜਾ ਰਿਹਾ। ਇਸ ਤੋਂ ਇਲਾਵਾ MCQ ਪ੍ਰਸ਼ਨਾਂ ਵਿੱਚ ਹੇਠਾਂ ਦਿੱਤੀਆਂ 4 ਆਪਸ਼ਨਾਂ ਨੂੰ ਪੜ੍ਹ ਕੇ ਫਿਰ ਸਹੀ ਜਵਾਬ ਦੱਸ ਦਿੱਤਾ ਜਾਂਦਾ ਹੈ। ਵਿਦਿਆਰਥੀ ਨੂੰ ਕੋਈ ਵੀ ਉੱਤਰ ਤਰੀਕੇ ਨਾਲ ਨਹੀਂ ਸਮਝਾਇਆ ਜਾਂਦਾ। ਸੋ ਇਸ ਲਈ ਅਸੀਂ ਤੁਹਾਡੀ ਮਦਦ ਲਈ ਇਹਨਾਂ ਪੇਪਰਾਂ ਦੀ ਤਿਆਰੀ ਦੀ ਪੂਰੀ ਕਮਾਨ ਸੰਭਾਲ ਰਹੇ ਹਾਂ। ਤੁਹਾਨੂੰ ਪੂਰਾ ਹਫ਼ਤਾ ਤਿਆਰੀ ਕਰਵਾ ਕੇ ਤੁਹਾਡਾ ਆਨਲਾਈਨ ਪੇਪਰ ਵੀ ਅਸੀਂ ਲਿਆ ਕਰਾਂਗੇ। ਤੁਹਾਡਾ ਪਹਿਲਾ ਆਨਲਾਈਨ ਪੇਪਰ ਅਸੀਂ 28 ਨਵੰਬਰ ਦਿਨ ਐਤਵਾਰ ਨੂੰ ਲੈਣ ਜਾ ਰਹੇ ਹਾਂ। ਸੋ ਆਪ ਸਭ ਨੂੰ ਬੇਨਤੀ ਹੈ ਕਿ ਇਹਨਾਂ ਵੀਡੀਓਜ਼ ਨੂੰ ਪੂਰਾ ਅਤੇ ਧਿਆਨ ਨਾਲ ਦੇਖਣਾ ਅਤੇ ਅੱਗੇ ਆਪਣੀ ਫਰੈਂਡਸ ਨਾਲ ਸ਼ੇਅਰ ਵੀ ਕਰ ਦੇਣਾ ਅਤੇ ਨਾਲ ਹੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਜਾ ਕੇ ਆਂਗਣਵਾੜੀ ਸੁਪਰਵਾਈਜ਼ਰ WhatsApp ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਜ਼ਰੂਰ ਜੁਆਇਨ ਕਰ ਲੈਣਾ, ਤਾਂ ਕਿ ਤੁਹਾਨੂੰ ਆਨਲਾਈਨ ਪੇਪਰ ਦਾ ਲਿੰਕ ਅਤੇ ਸਾਡੀਆਂ ਪੇਪਰ ਨਾਲ ਸੰਬੰਧਿਤ ਹੋਰ ਵੀਡੀਓਜ਼ ਦਾ ਲਿੰਕ ਆਸਾਨੀ ਨਾਲ ਪ੍ਰਾਪਤ ਹੁੰਦਾ ਰਹੇ। ਇਸ ਤੋਂ ਇਲਾਵਾ ਸਾਡੇ ਇਸ ਚੈਨਲ ਨੂੰ, ਜਿਸ ਦਾ ਨਾਮ ਹੈ ਇਨਫੋ ਪੰਜਾਬ, ਇਸ ਨੂੰ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਨਾਲ ਬਣੇ ਬੈਲ ਆਈਕਨ ਨੂੰ ਆਲ 'ਤੇ ਸਿਲੈਕਟ ਕਰਦੇ ਹੋਏ ਅਲਾਰਮ ਲਗਾ ਦਿਓ, ਤਾਂ ਕਿ ਤੁਹਾਨੂੰ ਸਾਡੇ ਪੇਪਰ ਨਾਲ ਸੰਬੰਧਿਤ ਪਾਏ ਗਏ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲਦਾ ਰਹੇ। ਹਾਂਜੀ, ਹੁਣ ਆਪਾਂ ਕੁਐਸਚਨ ਆਨਸਰ MCQ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਹੈ, ਹੇਠਾਂ ਦਿੱਤੀਆਂ ਆਪਸ਼ਨਸ ਵਿੱਚੋਂ ਕਿਹੜੀ ਆਪਸ਼ਨ ਵਿਕਾਸ ਦੇ ਅਰਥ ਨੂੰ ਸਪਸ਼ਟ ਕਰਦੀ ਹੈ? ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਵਿਕਾਸ ਦੇ ਅਰਥ ਨੂੰ ਸਪਸ਼ਟ ਕਰਦਾ ਹੈ? ਸੋ ਵਿਕਾਸ ਦੇ ਅਰਥ ਨੂੰ ਸਪਸ਼ਟ ਕਰਨ ਵਾਲੀ ਆਪਸ਼ਨਸ ਨੂੰ ਲੱਭਣ ਤੋਂ ਪਹਿਲਾਂ ਆਓ ਇੱਕ ਵਾਰ ਆਪਾਂ ਵਿਕਾਸ ਨੂੰ ਸਮਝੀਏ ਕਿ ਵਿਕਾਸ ਕੀ ਹੈ। ਵਿਕਾਸ ਬਚਪਨ ਤੋਂ ਲੈ ਕੇ ਬੁਢਾਪੇ ਤੱਕ, ਮੇਰੇ ਸ਼ਬਦਾਂ 'ਤੇ ਧਿਆਨ ਦੇਣਾ, ਬਚਪਨ ਤੋਂ ਲੈ ਕੇ ਬੁਢਾਪੇ ਤੱਕ ਮਨੁੱਖ ਦੀਆਂ ਬੋਧਾਤਮਕ, ਭਾਵਨਾਤਮਕ, ਬੌਧਿਕ ਅਤੇ ਸਮਾਜਿਕ ਸਮਰੱਥਾਵਾਂ ਅਤੇ ਆਮ ਜੀਵਨ ਕਾਲ ਦੌਰਾਨ ਕਾਰਜਸ਼ੀਲਤਾ ਦਾ ਗੁਣਾਤਮਕ ਅਤੇ ਪ੍ਰਮਾਣਾਤਮਕ ਅਧਿਐਨ ਹੈ। ਹਾਂਜੀ, ਵਿਕਾਸ ਦੀ ਪਰਿਭਾਸ਼ਾ ਅਨੁਸਾਰ ਜਦੋਂ ਵਿਅਕਤੀਆਂ ਦੇ ਜਨਮ ਤੋਂ ਬੁਢਾਪੇ ਤੱਕ ਦਾ ਆਪਾਂ ਗੱਲ ਕਰਦੇ ਹਾਂ, ਜਨਮ ਤੋਂ ਬੁਢਾਪੇ ਤੱਕ ਦਾ ਅਧਿਐਨ ਕਰਦੇ ਹਾਂ, ਤਾਂ ਵਿਕਾਸ ਦਾ ਅਧਿਐਨ ਆਪਣੇ ਆਪ ਹੀ ਵਿਸਤ੍ਰਿਤ ਅਤੇ ਵਿਆਪਕ ਹੋ ਜਾਂਦਾ ਹੈ। ਇਸ ਲਈ ਪਹਿਲੀ ਆਪਸ਼ਨ ਵਿਕਾਸ ਜ਼ਿਆਦਾ ਵਿਸਤ੍ਰਿਤ ਅਤੇ ਵਿਆਪਕ ਹੁੰਦਾ ਹੈ, ਵਿਕਾਸ ਦੀ ਪਰਿਭਾਸ਼ਾ ਨੂੰ ਸਹੀ ਤਰ੍ਹਾਂ ਨਾਲ ਸਪਸ਼ਟ ਕਰ ਰਿਹਾ ਹੈ। ਵਿਕਾਸ ਵਿਸਤ੍ਰਿਤ ਅਤੇ ਵਿਆਪਕ ਹੁੰਦਾ ਹੀ ਹੈ। ਸੋ ਦੂਸਰੀ ਆਪਸ਼ਨ ਹੈ ਜੀ, ਭਿੰਨ ਵਿਅਕਤੀਆਂ ਵਿੱਚ ਵਿਕਾਸ ਦੀ ਗਤੀ ਵੀ ਭਿੰਨ ਹੁੰਦੀ ਹੈ। ਇਹ ਆਪਸ਼ਨ ਵੀ ਵਿਕਾਸ ਦੀ ਪਰਿਭਾਸ਼ਾ ਅਨੁਸਾਰ ਸਹੀ ਹੈ ਅਤੇ ਬਿਲਕੁਲ ਢੁਕਵੀਂ ਹੈ, ਕਿਉਂਕਿ ਆਪਾਂ ਵਿਕਾਸ ਦੀ ਪਰਿਭਾਸ਼ਾ ਵਿੱਚ ਪੜ੍ਹ ਚੁੱਕੇ ਹਾਂ। ਵਿਕਾਸ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਮਨੁੱਖ ਦੀਆਂ ਬੋਧਾਤਮਕ, ਭਾਵਨਾਤਮਕ, ਬੌਧਿਕ ਗਤੀਵਿਧੀਆਂ ਦਾ ਅਧਿਐਨ ਹੈ। ਤਾਂ ਇਸ ਆਪਸ਼ਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਆਟੋਮੈਟਿਕਲੀ ਕਲੀਅਰ ਹੋ ਜਾਂਦਾ ਹੈ ਕਿ ਵੱਖ-ਵੱਖ ਵਿਅਕਤੀਆਂ ਵਿੱਚ ਵਿਕਾਸ ਦੀ ਗਤੀ ਵੱਖ-ਵੱਖ ਹੀ ਨਜ਼ਰ ਆਵੇਗੀ। ਕਿਸੇ ਵਿਅਕਤੀ ਵਿੱਚ ਤੇਜ਼ ਬੌਧਿਕ ਵਿਕਾਸ ਹੋਵੇਗਾ, ਕਿਸੇ ਵਿੱਚ ਬੌਧਿਕ ਵਿਕਾਸ ਹੌਲੀ ਹੋਵੇਗਾ। ਸੋ ਦੂਸਰੀ ਆਪਸ਼ਨ ਵੀ ਵਿਕਾਸ ਦੀ ਪਰਿਭਾਸ਼ਾ ਜਾਂ ਵਿਕਾਸ ਦਾ ਅਰਥ ਸਪਸ਼ਟ ਕਰਨ ਲਈ ਸਹੀ ਹੈ ਕਿ ਭਿੰਨ ਵਿਅਕਤੀਆਂ ਵਿੱਚ ਵਿਕਾਸ ਦੀ ਗਤੀ ਭਿੰਨ ਹੋ ਸਕਦੀ ਹੈ। ਥਰਡ ਆਪਸ਼ਨ ਹੈ ਜੀ, ਇੱਕ ਵਿਅਕਤੀ ਵਿੱਚ ਵਿਕਾਸ ਦੀ ਦਰ ਭਿੰਨ ਅਵਸਥਾ ਵਿੱਚ ਭਿੰਨ ਹੋ ਸਕਦੀ ਹੈ। ਇਹ ਆਪਸ਼ਨ ਵੀ ਵਿਕਾਸ ਦੇ ਅਰਥ ਨੂੰ ਸਪਸ਼ਟ ਕਰਦੀ ਹੈ, ਕਿਉਂਕਿ ਬਚਪਨ ਤੋਂ ਬੁਢਾਪੇ ਤੱਕ ਵਿਕਾਸ ਦਾ ਅਧਿਐਨ ਕਰਦੇ ਸਮੇਂ ਹਰ ਵਿਅਕਤੀ ਦੇ ਵਿਕਾਸ ਦੀ ਦਰ ਭਿੰਨ ਹੋ ਸਕਦੀ ਹੈ। ਸੋ ਇਸ ਹਿਸਾਬ ਨਾਲ ਤਿੰਨੇ ਆਪਸ਼ਨਾਂ ਹੀ ਸਹੀ ਹਨ। ਸੋ ਇਸ ਪ੍ਰਸ਼ਨ ਦਾ ਉੱਤਰ ਹੈ ਜੀ ਆਪਸ਼ਨ ਡੀ। ਆਪਸ਼ਨ ਡੀ ਦੇ ਅਨੁਸਾਰ ਉਪਰੋਕਤ ਸਾਰੇ ਹੀ, ਸੋ ਉੱਪਰ ਦਿੱਤੀਆਂ ਤਿੰਨੇ ਆਪਸ਼ਨਾਂ ਹੀ ਵਿਕਾਸ ਦੇ ਕਥਨ ਨੂੰ ਸਹੀ ਤਰੀਕੇ ਨਾਲ ਸਪਸ਼ਟ ਕਰਦੀਆਂ ਹਨ। ਆਪਣਾ ਪ੍ਰਸ਼ਨ ਸੀ, ਕਿਹੜਾ ਕਥਨ ਵਿਕਾਸ ਦੇ ਅਰਥ ਨੂੰ ਸਪਸ਼ਟ ਕਰਦਾ ਹੈ? ਸੋ ਪਹਿਲੀ ਆਪਸ਼ਨ ਹੈ ਵਿਕਾਸ ਜ਼ਿਆਦਾ ਵਿਸਤ੍ਰਿਤ ਅਤੇ ਵਿਆਪਕ ਹੁੰਦਾ ਹੈ, ਇਹ ਵੀ ਸਹੀ ਹੈ। ਦੂਸਰੀ ਆਪਸ਼ਨ ਭਿੰਨ ਵਿਅਕਤੀਆਂ ਵਿੱਚ ਵਿਕਾਸ ਦੀ ਗਤੀ ਭਿੰਨ ਹੋ ਸਕਦੀ ਹੈ। ਔਰ ਤੀਸਰੀ ਆਪਸ਼ਨ ਇੱਕ ਵਿਅਕਤੀ ਵਿੱਚ ਵਿਕਾਸ ਦੀ ਦਰ ਭਿੰਨ ਅਵਸਥਾ ਵਿੱਚ ਭਿੰਨ ਹੋ ਸਕਦੀ ਹੈ। ਸੋ ਇਹ ਉਪਰੋਕਤ ਸਾਰੀਆਂ ਆਪਸ਼ਨਾਂ, ਉੱਤਰ ਹੈ ਡੀ, ਵਿਕਾਸ ਨੂੰ ਸਹੀ ਤਰੀਕੇ ਨਾਲ ਸਪਸ਼ਟ ਕਰ ਰਹੀਆਂ ਹਨ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਕੁਐਸਚਨ ਦੀ। ਅਗਲਾ ਕੁਐਸਚਨ ਹੈ, ਜਟਿਲ ਅਤੇ ਸੰਯੋਜਨ ਕੰਜ਼ੂਮੇਟਰੀ ਅਨੁਕ੍ਰਿਆ ਪ੍ਰਤੀਮਾਨ ਦਾ ਅਰਥ ਹੈ। ਸੋ ਕੁਐਸਚਨ ਆਪਾਂ ਨੂੰ ਪੁੱਛਿਆ ਗਿਆ ਕਿ ਜਟਿਲ ਅਤੇ ਸੰਯੋਜਨ ਅਨੁਕ੍ਰਿਆ ਪ੍ਰਤੀਮਾਨ ਕੰਜ਼ੂਮੇਟਰੀ
ਦਾ ਅਰਥ ਕੀ ਹੈ। ਸੋ ਇਹਦੇ ਅਰਥ ਦੱਸਣ ਲਈ ਥੱਲੇ 4 ਆਪਾਂ ਨੂੰ ਆਪਸ਼ਨਾਂ ਦਿੱਤੀਆਂ ਨੇ। ਇਹਨਾਂ ਆਪਸ਼ਨਾਂ ਵਿੱਚੋਂ ਸਹੀ ਇਸ ਦਾ ਅਰਥ ਸਪਸ਼ਟ ਕਰਦੀ ਹੈ ਉੱਪਰ ਕਹੀ ਗੱਲ ਦਾ, ਉਸ ਨੂੰ ਆਪਾਂ ਟਿਕ ਮਾਰਕ ਕਰਨਾ ਹੈ। ਸੋ ਇਸ ਕੁਐਸਚਨ ਨੂੰ ਸਮਝਣ ਤੋਂ ਪਹਿਲਾਂ ਆਓ ਆਪਾਂ ਜਟਿਲ ਅਤੇ ਸੰਯੋਜਨ ਨੂੰ ਸਮਝੀਏ। ਜੋ ਬੱਚੇ ਦਾ ਵਿਵਹਾਰ ਹੁੰਦਾ ਹੈ ਉਸ ਨੂੰ ਸਮਝਣ ਲਈ ਵੱਖ-ਵੱਖ ਬੱਚਿਆਂ ਦੇ ਵਿਵਹਾਰ ਨੂੰ ਆਧਾਰ ਬਣਾ ਕੇ ਉਸ ਨੂੰ ਵੱਖ-ਵੱਖ ਸ਼੍ਰੇਣੀਗਤ ਕੀਤਾ ਜਾ ਸਕਦਾ ਹੈ, ਕਿਉਂਕਿ ਹਰੇਕ ਬੱਚੇ ਦਾ ਵਿਵਹਾਰ ਅਲੱਗ ਹੈ ਔਰ ਹਰੇਕ ਦਾ ਦੂਸਰੇ ਤੋਂ ਅਲੱਗ ਵਿਵਹਾਰ ਹੈ ਔਰ ਇਹਨਾਂ ਵਿਵਹਾਰਾਂ ਨੂੰ ਇੱਕ ਸ਼੍ਰੇਣੀ ਬਣਾਈ ਜਾਂਦੀ ਹੈ, ਉਸ ਵਿੱਚ ਬੱਚਿਆਂ ਦੇ ਵਿਵਹਾਰ ਨੂੰ ਸ਼੍ਰੇਣੀਗਤ ਕੀਤਾ ਗਿਆ ਹੈ। ਬੱਚਿਆਂ ਦੇ ਵਿਵਹਾਰ ਦਾ ਜਟਿਲ ਅਤੇ ਸੰਯੋਜਨ ਅਨੁਕ੍ਰਿਆ ਪ੍ਰਤੀਮਾਨ ਇਸੇ ਸ਼੍ਰੇਣੀ ਵਿੱਚ ਆਉਂਦਾ ਹੈ। ਜੋ ਬੱਚੇ ਦਾ ਆਪਾਂ ਜਦੋਂ ਅਧਿਐਨ ਕਰਦੇ ਹਾਂ ਉਸ ਦੇ ਵਿਵਹਾਰ ਦਾ ਜਟਿਲ ਅਤੇ ਸੰਯੋਜਨ ਅਨੁਕ੍ਰਿਆ ਪ੍ਰਤੀਮਾਨ ਇਸੇ ਸ਼੍ਰੇਣੀ ਤਹਿਤ ਆਉਂਦਾ ਹੈ। ਸੋ ਜਟਿਲ ਦਾ ਅਰਥ ਹੁੰਦਾ ਹੈ ਜੀ ਗੁੰਝਲਦਾਰ ਜਾਂ ਕੰਪਲੈਕਸ, ਠੀਕ ਹੈ ਜੀ। ਔਰ ਸੰਯੋਜਨ ਦਾ ਅਰਥ ਹੁੰਦਾ ਹੈ ਕੰਬੀਨੇਸ਼ਨ। ਬੱਚੇ ਦਾ ਇੱਕੋ ਸਮੇਂ 2 ਕਿਰਿਆਵਾਂ ਕਰਨਾ, ਧਿਆਨ ਦੇਣ ਵਾਲੀ ਗੱਲ ਹੈ, ਬੱਚੇ ਦਾ ਇੱਕੋ ਸਮੇਂ 2 ਕਿਰਿਆਵਾਂ ਕਰਨਾ ਜਟਿਲ ਅਤੇ ਸੰਯੋਜਨ ਕਿਰਿਆਵਾਂ ਤਹਿਤ ਆਉਂਦਾ ਹੈ। ਜਦੋਂ ਆਪਾਂ ਬੱਚਿਆਂ ਦੇ ਵਿਵਹਾਰ ਦਾ ਅਧਿਐਨ ਕਰਦੇ ਹਾਂ ਤਾਂ ਇੱਕ ਅਧਿਐਨ ਇਸ ਤਰ੍ਹਾਂ ਦਾ ਵੀ ਆਉਂਦਾ ਹੈ ਕਿ ਬੱਚੇ ਦਾ ਇੱਕੋ ਸਮੇਂ 2 ਕਿਰਿਆਵਾਂ ਕਰ ਰਿਹਾ ਹੁੰਦਾ ਹੈ ਤਾਂ ਉਸ ਵਿਵਹਾਰ ਨੂੰ ਸਮਝਣਾ ਬੜਾ ਔਖਾ ਅਤੇ ਡਿਫਿਕਲਟ ਹੁੰਦਾ ਹੈ। ਇਸੇ ਵਿਵਹਾਰ ਨੂੰ ਜਟਿਲ ਅਤੇ ਸੰਯੋਜਨ ਅਨੁਕ੍ਰਿਆ ਪ੍ਰਤੀਮਾਨ ਕਿਹਾ ਜਾਂਦਾ ਹੈ। ਸੋ ਹੁਣ ਤੁਹਾਨੂੰ ਜਟਿਲ ਅਤੇ ਸੰਯੋਜਨ ਅਨੁਕ੍ਰਿਆ ਪ੍ਰਤੀਮਾਨ ਦਾ ਅਰਥ ਪਤਾ ਲੱਗ ਗਿਆ। ਸੋ ਆਓ ਹੁਣ ਆਪਾਂ ਗੱਲ ਕਰਦੇ ਹਾਂ ਆਪਸ਼ਨਸ ਦੀ। ਸੋ ਜੋ ਏ ਆਪਸ਼ਨ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਬਾਲਕ ਦਾ ਇੱਕ ਕਿਰਿਆ ਮਗਰੋਂ ਦੂਜੀ ਕਿਰਿਆ ਕਰਨਾ, ਮਤਲਬ ਬਾਲਕ ਨੇ ਇੱਕ ਵਿਵਹਾਰ ਦਿਖਾਇਆ ਉਸ ਤੋਂ ਬਾਅਦ ਉਸਨੇ ਦੂਸਰਾ ਵਿਵਹਾਰ ਦਿਖਾਉਣਾ ਸ਼ੁਰੂ ਕੀਤਾ। ਸੋ ਇਹਦੇ ਵਿੱਚ ਵੀ ਕੀ ਦੱਸਿਆ ਜਾ ਰਿਹਾ ਕਿ ਆਪਾਂ ਜੋ ਇਹਦੀ ਡੈਫੀਨੇਸ਼ਨ ਪੜ੍ਹੀ ਹੈ ਕਿ ਬੱਚੇ ਦਾ ਇੱਕੋ ਸਮੇਂ 2 ਕਿਰਿਆਵਾਂ ਕਰਨਾ, ਪਰ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਬੱਚੇ ਦਾ ਇੱਕ ਤੋਂ ਬਾਅਦ ਦੂਜੀ ਕਿਰਿਆ ਕਰਨਾ। ਸੋ ਇਸ ਦਾ ਸਹੀ ਜਵਾਬ ਨਹੀਂ ਹੋਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਸ਼ਨ ਬੀ ਦੀ, ਬਾਲਕ ਦਾ ਅੱਡ-ਅੱਡ ਸਮੇਂ ਉੱਤੇ ਅੱਡ-ਅੱਡ ਕੰਮ ਕਰਨਾ। ਸੋ ਇਹ ਵੀ ਇਸ ਦਾ ਸਹੀ ਉੱਤਰ ਨਹੀਂ ਹੈ, ਕਿਉਂਕਿ ਜਟਿਲ ਅਤੇ ਸੰਯੋਜਨ ਅਨੁਕ੍ਰਿਆ ਪ੍ਰਤੀਮਾਨ ਦਾ ਅਰਥ ਆਪਾਂ ਪੜ੍ਹਿਆ ਹੈ ਕਿ ਬੱਚੇ ਦਾ ਇੱਕੋ ਸਮੇਂ 'ਤੇ 2 ਕਿਰਿਆਵਾਂ ਕਰਨਾ ਔਰ ਇਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨਾ। ਇਹ ਬਹੁਤ ਹੀ ਜਟਿਲ ਕੰਮ ਹੁੰਦਾ ਹੈ ਜਦੋਂ ਬੱਚਾ ਇੱਕੋ ਸਮੇਂ 'ਤੇ 2 ਤਰ੍ਹਾਂ ਦੇ ਵਿਵਹਾਰ ਦਿਖਾਏ। ਸੋ ਬੀ ਉੱਤਰ ਵੀ ਇਸ ਦਾ ਗਲਤ ਜਵਾਬ ਹੋਏਗਾ, ਕਿਉਂਕਿ ਇਹਦੇ ਵਿੱਚ ਬੱਚਾ ਅੱਡ-ਅੱਡ ਸਮੇਂ 'ਤੇ ਅੱਡ-ਅੱਡ ਬਿਹੇਵੀਅਰ ਦਿਖਾਉਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਸ਼ਨ ਸੀ ਦੀ। ਆਪਸ਼ਨ ਸੀ ਦੇ ਵਿੱਚ ਕਿਹਾ ਗਿਆ ਕਿ ਬਾਲਕ ਦਾ ਇਕੱਠੇ 2 ਕਿਰਿਆਵਾਂ ਕਰਨਾ। ਸੋ ਇਹ ਜੋ ਲਾਈਨ ਹੈ ਆਪਣੀ ਜਟਿਲ ਅਤੇ ਸੰਯੋਜਨ ਅਨੁਕ੍ਰਿਆ ਪ੍ਰਤੀਮਾਨ ਦੀ ਦੱਸੇ ਗਏ ਅਰਥ ਨਾਲ ਮੇਲ ਖਾਂਦੀ ਹੈ। ਬਾਲਕ ਦਾ ਇੱਕੋ ਸਮੇਂ 'ਤੇ 2 ਕਿਰਿਆਵਾਂ ਕਰਨਾ ਹੀ ਇਸ ਦਾ ਅਰਥ ਹੈ। ਜਟਿਲ ਅਤੇ ਸੰਯੋਜਨ ਅਨੁਕ੍ਰਿਆ ਪ੍ਰਤੀਮਾਨ ਦਾ ਅਰਥ ਬੱਚੇ ਦਾ ਇੱਕੋ ਸਮੇਂ 'ਤੇ 2 ਕਿਰਿਆਵਾਂ ਕਰਨਾ। ਸੋ ਸੀ ਇਜ਼ ਦਾ ਰਾਈਟ ਆਨਸਰ। ਸੋ ਆਓ ਹੁਣ ਆਪਾਂ ਚੱਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਪਰਿਪੱਕਤਾ ਦਾ ਸਿੱਖਣ ਵਿੱਚ ਪ੍ਰਭਾਵ ਦਾ ਅਧਿਐਨ ਕਰਨ ਲਈ ਸਭ ਤੋਂ ਢੁਕਵਾਂ ਸਮਾਂ ਕਿਹੜਾ ਹੈ। ਸੋ ਜੋ ਪਰਿਪੱਕਤਾ ਹੁੰਦੀ ਹੈ ਮੈਚਿਓਰਟੀ, ਇਹਦੇ ਵਿੱਚ ਪੁੱਛਿਆ ਗਿਆ ਹੈ ਕਿ ਜੋ ਬੱਚੇ ਉੱਪਰ ਮੈਚਿਓਰਟੀ ਆ ਜਾਂਦੀ ਹੈ, ਬੱਚਾ ਪਰਿਪੱਕ ਹੁੰਦਾ ਜਾਂਦਾ ਹੈ, ਉਸ ਨੂੰ ਅਗਰ ਆਪਾਂ ਸਟੱਡੀ ਕਰਨਾ ਹੈ ਤਾਂ ਕਿਹੜੀ ਉਮਰ ਦੇ ਵਿੱਚ ਉਹ ਵੱਧ ਤੋਂ ਵੱਧ ਸਟੱਡੀ ਕੀਤੀ ਜਾ ਸਕਦੀ ਹੈ ਕਿ ਆਪਾਂ ਨੂੰ ਪਤਾ ਲੱਗੇ ਕਿ ਬੱਚੇ ਵਿੱਚ ਮੈਚਿਓਰਟੀ ਵੀ ਆਈ ਹੈ ਔਰ ਬੱਚਾ ਉਸ ਮੈਚਿਓਰਟੀ ਤੋਂ ਸਿੱਖ ਕੇ ਅੱਗੇ ਵਧ ਰਿਹਾ ਹੈ। ਸੋ ਉਮਰ ਦਾ ਉਹ ਕਿਹੜਾ ਪੜਾਅ ਆ ਜਿਹਦੇ ਵਿੱਚ ਆਪਾਂ ਇਹ ਸਟੱਡੀ ਕਰ ਸਕਦੇ ਹਾਂ। ਸੋ ਇਸ ਪ੍ਰਸ਼ਨ ਬਾਰੇ ਜਾਂ ਇਸ ਦੀਆਂ ਆਪਸ਼ਨਸ ਬਾਰੇ ਗੱਲ ਕਰਨ ਤੋਂ ਪਹਿਲਾਂ ਆਓ ਪਹਿਲਾਂ ਚੰਗੀ ਤਰ੍ਹਾਂ ਸਮਝ ਲਈਏ ਕਿ ਮੈਚਿਓਰਟੀ ਯਾਨੀ ਕਿ ਪਰਿਪੱਕਤਾ ਹੁੰਦੀ ਕੀ ਹੈ। ਪਰਿਪੱਕਤਾ ਦਾ ਅਰਥ ਹੈ ਵਾਧੇ ਦੀ ਅਵਸਥਾਵਾਂ ਨੂੰ ਪਾਰ ਕਰਦੇ ਜਾਣਾ। ਵਾਧੇ ਦੀ ਅਵਸਥਾਵਾਂ ਨੂੰ ਪਾਰ ਕਰਦੇ ਜਾਣਾ। ਇਸ ਵਿੱਚ ਮਾਨਸਿਕ, ਸਰੀਰਕ, ਇਮੋਸ਼ਨਲ ਮੈਚਿਓਰਟੀ ਵੀ ਸ਼ਾਮਿਲ ਹੈ। ਬੱਚੇ ਵਿੱਚ ਮੈਚਿਓਰਟੀ ਉਮਰ ਦੇ ਪਹਿਲੇ 3 ਸਾਲਾਂ ਵਿੱਚ ਤੀਬਰਤਾ ਨਾਲ ਵਿਕਸਿਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਇਸ ਦੀ ਗਤੀ ਵਿੱਚ ਫਰਕ ਪੈਂਦੇ ਜਾਂਦਾ ਹੈ। ਬੱਚਾ ਪੈਦਾ ਹੋਣ ਤੋਂ ਬਾਅਦ ਜੋ ਅਗਲੇ 3 ਸਾਲਾਂ ਤੱਕ ਸਿੱਖਦਾ ਹੈ ਉਹ ਉਸ ਦੇ ਸਭ ਤੋਂ ਵੱਧ ਜੀਵਨ ਵਿੱਚ ਕੰਮ ਆਉਂਦਾ ਹੈ। ਜਿਵੇਂ ਕਿ ਆਪਾਂ ਜੀਵਨ ਦੇ ਪਹਿਲੇ 3 ਸਾਲਾਂ ਵਿੱਚ ਚੱਲਣਾ, ਬੋਲਣਾ, ਖਾਣਾ ਪੀਣਾ ਅਤੇ ਹੋਰ ਬਹੁਤ ਕੁਝ ਜ਼ਿੰਦਗੀ ਦੇ ਪਹਿਲੇ 3 ਸਾਲਾਂ ਵਿੱਚ ਆਪਾਂ ਸਿੱਖਦੇ ਹਾਂ ਔਰ ਇਹੀ ਸਿੱਖੀਆਂ ਹੋਈਆਂ ਚੀਜ਼ਾਂ ਆਪਣੇ ਜੀਵਨ ਭਰ ਕੰਮ ਆਉਂਦੀਆਂ ਨੇ। ਸੋ ਇਸ ਤੋਂ ਕਲੀਅਰ ਹੋ ਜਾਂਦਾ ਹੈ ਕਿ ਜੋ ਆਪਾਂ ਡੈਫੀਨੇਸ਼ਨ ਜਾਂ ਪਰਿਪੱਕਤਾ ਦੇ ਅਰਥ ਦੌਰਾਨ ਸਮਝਿਆ ਕਿ ਪਰਿਪੱਕਤਾ ਦਾ ਸਿੱਖਣ 'ਤੇ ਧਿਆਨ ਕਰਨ ਲਈ ਸਭ ਤੋਂ ਢੁਕਵਾਂ ਸਮਾਂ 3 ਸਾਲ ਦੀ ਉਮਰ ਦਾ ਹੈ। ਸੋ ਏ ਇਜ਼ ਦਾ ਰਾਈਟ ਆਨਸਰ। 6 ਸਾਲ ਦੀ ਉਮਰ ਜੋ ਬੀ ਆਪਸ਼ਨ ਹੈ ਇਹ ਵੀ ਗਲਤ ਜਵਾਬ ਹੈ।
ਜਾਂ ਜਦੋਂ ਬੱਚਾ ਸਕੂਲ ਜਾਂਦਾ ਹੈ ਉਸ ਉਮਰ ਨੂੰ ਨਹੀਂ ਜੀ, ਬਿਲਕੁਲ ਸਹੀ ਸਮਾਂ ਹੈ ਉਸਦੀ 3 ਸਾਲ ਦੀ ਉਮਰ ਤੱਕ। ਬੱਚੇ ਦੇ ਉੱਪਰ ਆਪਾਂ ਦੇਖ ਸਕਦੇ ਹਾਂ, ਸਟੱਡੀ ਕਰ ਸਕਦੇ ਹਾਂ ਕਿ ਬੱਚੇ ਉੱਪਰ ਪਰਿਪੱਕਤਾ ਦਾ ਸਿੱਖਣ ਵਿੱਚ ਕੀ ਪ੍ਰਭਾਵ ਪੈ ਰਿਹਾ ਹੈ। ਸੋ ਆਓ ਹੁਣ ਗੱਲ ਕਰ ਲੈਂਦੇ ਹਾਂ ਜੀ ਅਗਲੇ ਪ੍ਰਸ਼ਨ ਦੀ। ਅਗਲਾ ਪ੍ਰਸ਼ਨ ਹੈ, ਪਰਿਪੱਕਤਾ ਅਤੇ ਸਿੱਖਣ ਦੇ ਪ੍ਰਭਾਵ ਦਾ ਅੰਤਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਦ ਪਰਿਪੱਕਤਾ ਯਾਨੀ ਕਿ ਮੈਚਿਓਰਟੀ, ਸਿੱਖਣਾ ਯਾਨੀ ਕਿ ਲਰਨਿੰਗ, ਇਹਨਾਂ ਦੋਨਾਂ ਦੇ ਬੱਚੇ 'ਤੇ ਜੋ ਪ੍ਰਭਾਵ ਪੈ ਰਹੇ ਆ ਇਹਨਾਂ ਦਾ ਅੰਤਰ ਕਰਨਾ ਮੁਸ਼ਕਿਲ ਹੋ ਜਾਂਦਾ ਕਿ ਬੱਚੇ 'ਤੇ ਪਰਿਪੱਕਤਾ ਜਾਂ ਜ਼ਿਆਦਾ ਆ ਰਹੀ ਹੈ ਜਾਂ ਉਹ ਸਿੱਖਣ ਕਰਕੇ ਜ਼ਿਆਦਾ ਸਿੱਖ ਰਿਹਾ ਹੈ। ਸੋ ਇਹਨਾਂ ਦਾ ਅੰਤਰ ਕਰਨਾ ਕਦੋਂ ਮੁਸ਼ਕਿਲ ਹੋ ਜਾਂਦਾ, ਆਪਾਂ ਨੂੰ 4 ਆਪਸ਼ਨ ਦੇ ਕੇ ਪੁੱਛਿਆ ਗਿਆ ਹੈ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜੀ ਮੈਚਿਓਰਟੀ ਅਤੇ ਲਰਨਿੰਗ ਬਾਰੇ, ਪਰਿਪੱਕਤਾ ਅਤੇ ਸਿੱਖਣ ਦੇ ਪ੍ਰਭਾਵ ਬਾਰੇ। ਮੈਚਿਓਰਟੀ ਅਤੇ ਲਰਨਿੰਗ ਦੋਨੇ ਇੱਕ ਦੂਜੇ ਦੇ ਪੂਰਕ ਹਨ। ਕਈ ਤਰ੍ਹਾਂ ਦੇ ਆ ਕੇ ਇਹਨਾਂ ਵਿੱਚ ਅੰਤਰ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ, ਇੰਨੇ ਜ਼ਿਆਦਾ ਇਹ ਪੂਰਕ ਆ। ਸੋ ਇਹ ਮੁਸ਼ਕਿਲ ਕਿੱਥੇ ਕਿੱਥੇ ਆਉਂਦੀ ਹੈ, ਇਸ ਨੂੰ ਹੇਠਾਂ ਦਿੱਤੀਆਂ 4 ਆਪਸ਼ਨ ਨੂੰ ਪੜ੍ਹ ਕੇ ਆਪਾਂ ਲੱਭਣਾ ਹੈ। ਆਓ ਆਪਾਂ ਇੱਕ ਇੱਕ ਕਰਕੇ ਸਾਰੀਆਂ ਆਪਸ਼ਨਸ ਨੂੰ ਪੜ੍ਹੀਏ ਔਰ ਇਹਨਾਂ ਆਪਸ਼ਨਸ ਦੇ ਥਰੂ ਹੀ ਆਪਣਾ ਆਨਸਰ ਲੱਭਣ ਦੀ ਕੋਸ਼ਿਸ਼ ਕਰੀਏ। ਸੋ ਫਸਟ ਆਪਸ਼ਨ ਹੈ ਜੀ ਸੈਰੀਬਲ ਕਾਰਟਸ, ਠੀਕ ਢੰਗ ਨਾਲ ਵਿਕਸਿਤ ਹੋ ਕੇ ਬਾਲਕ ਦੀਆਂ ਕਿਰਿਆਵਾਂ ਨੂੰ ਸੰਚਾਲਨ ਕਰਦਾ ਹੈ। ਕਈ ਵਾਰ ਬੱਚੇ ਵਿੱਚ ਮੈਚਿਓਰਟੀ ਅਤੇ ਪਰਿਪੱਕਤਾ ਯਾਨੀ ਕਿ ਬੱਚਾ ਸਿੱਖ ਵੀ ਰਿਹਾ ਹੈ ਅਤੇ ਪਰਿਪੱਕਤਾ ਦੋਨੇ ਇਕੱਠੀਆਂ ਆ ਜਾਂਦੀਆਂ ਨੇ, ਕਿਉਂਕਿ ਸੈਰੀਬਲ ਕਾਰਟਸ ਜੋ ਹੈ ਉਸਦੇ ਦਿਮਾਗ ਦੇ ਵਿੱਚ ਉਹ ਸਹੀ ਢੰਗ ਨਾਲ ਵਿਕਸਿਤ ਹੋ ਜਾਂਦਾ ਹੈ। ਸੋ ਸੈਰੀਬਲ ਕਾਰਟਸ ਕੀ ਹੈ? ਸੈਰੀਬਲ ਕਾਰਟਸ ਮਨੁੱਖੀ ਦਿਮਾਗ ਦੀ ਇੱਕ ਅਜਿਹੀ ਲੇਅਰ ਹੈ ਜਿਸ ਦੇ ਜਲਦੀ ਵਿਕਸਿਤ ਹੋਣ ਨਾਲ ਬੱਚੇ ਵਿੱਚ ਧਿਆਨ, ਪਰਸੈਪਸ਼ਨ ਯਾਨੀ ਕਿ ਮਤ ਆ ਜਾਂਦੀ ਹੈ, ਜਾਗਰੂਕਤਾ ਆ ਜਾਂਦੀ ਹੈ, ਵਿਚਾਰਾਂ ਦੇ ਵਿੱਚ ਆਪਦੇ ਵਿਚਾਰ ਆ ਜਾਂਦੇ ਨੇ, ਸਜਗਤਾ ਆ ਜਾਂਦੀ ਹੈ ਅਤੇ ਚੇਤਨਾ ਆ ਜਾਂਦੀ ਹੈ। ਇਹ ਜਲਦੀ ਵਿਕਸਿਤ ਹੋ ਜਾਂਦੇ ਨੇ ਜਿਸ ਬੱਚੇ ਵਿੱਚ ਸੈਰੀਬਲ ਕਾਰਟਸ ਦੀ ਲੇਅਰ ਜੋ ਹੈ ਦਿਮਾਗ ਦੇ ਵਿੱਚ ਉਹ ਜਲਦੀ ਵਿਕਸਿਤ ਹੋ ਜਾਂਦੀ ਹੈ। ਆਪਾਂ ਦੇਖਦੇ ਹਾਂ ਕਿ ਕੁਝ ਬੱਚੇ ਬਹੁਤ ਜਲਦੀ ਸਿਆਣੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਸੋ ਇਹ ਸੈਰੀਬਲ ਕਾਰਟਸ ਦਾ ਹੀ ਅਸਰ ਹੁੰਦਾ ਹੈ। ਸੋ ਇਸ ਦੇ ਜਲਦੀ ਵਿਕਸਿਤ ਹੋਣ ਨਾਲ ਵੀ ਪਰਿਪੱਕਤਾ ਅਤੇ ਸਿੱਖਣ ਦੇ ਪ੍ਰਭਾਵਾਂ ਵਿੱਚ ਅੰਤਰ ਕਰਨਾ ਆਪਾਂ ਨੂੰ ਮੁਸ਼ਕਿਲ ਹੋ ਜਾਂਦਾ ਹੈ। ਆਪਾਂ ਨਹੀਂ ਸਮਝ ਪਾਉਂਦੇ ਕਿ ਬੱਚਾ ਪਰਿਪੱਕ ਹੁੰਦਾ ਜਾ ਰਿਹਾ ਹੈ ਜਾਂ ਜਲਦੀ ਸਿੱਖਦਾ ਜਾ ਰਿਹਾ ਹੈ, ਜਦਕਿ ਇਹ ਸਾਰਾ ਪ੍ਰਭਾਵ ਹੁੰਦਾ ਹੈ ਸੈਰੀਬਲ ਕਾਰਟਸ ਦਾ। ਸੋ ਇਹ ਵੀ ਆਪਸ਼ਨ ਸਹੀ ਹੈ। ਸੈਕਿੰਡ ਆਪਸ਼ਨ ਦੀ ਗੱਲ ਕਰਦੇ ਹਾਂ। ਸੈਕਿੰਡ ਆਪਸ਼ਨ ਹੈ ਜੀ ਬਾਲਕ ਦੀਆਂ ਰੁਚੀਆਂ ਅਤੇ ਪਸੰਦਾਂ ਆਪਸੀ ਪ੍ਰਭਾਵ ਪਾਉਣ ਲੱਗਦੀਆਂ ਹਨ। ਬਾਲਕ ਦੀਆਂ ਰੁਚੀਆਂ ਅਤੇ ਪਸੰਦਾਂ ਆਪਸੀ ਪ੍ਰਭਾਵ ਪਾਉਣ ਲੱਗਦੀਆਂ ਹਨ। ਕਈ ਵਾਰ ਬੱਚੇ ਦੀਆਂ ਰੁਚੀਆਂ ਵਿੱਚ ਉਸ ਦੀ ਮੈਚਿਓਰਟੀ ਦੇ ਵੱਲ ਲੈ ਜਾਂਦੀਆਂ ਹਨ। ਕਈ ਵਾਰ ਬੱਚੇ ਵਿੱਚ ਇਸ ਤਰ੍ਹਾਂ ਦੀ ਰੁਚੀਆਂ ਆ ਜਾਂਦੀਆਂ ਨੇ ਕਿ ਉਸ ਨੂੰ ਮੈਚਿਓਰਟੀ ਦੇ ਵੱਲ ਲੈ ਜਾਂਦੀਆਂ ਹਨ, ਜਿਸ ਤਹਿਤ ਕਈ ਵਾਰ ਇਹ ਵੀ ਹੁੰਦਾ ਹੈ ਕਿ ਬੱਚੇ ਨੂੰ ਸਿੱਖਣ ਸ਼ਮਤਾ ਦਾ ਘੱਟ ਹੁੰਦੀ ਹੈ, ਬੱਚੇ ਵਿੱਚ ਉਹ ਸਿੱਖ ਨਹੀਂ ਪਾਉਂਦਾ, ਪਰ ਉਸ ਦੀ ਕੋਈ ਖਾਸ ਰੁਚੀ ਉਸ ਵਿੱਚ ਪਰਿਪੱਕਤਾ ਲਿਆਉਂਦੀ ਹੈ। ਇਸ ਹਾਲਤ ਵਿੱਚ ਵੀ ਪਰਿਪੱਕਤਾ ਅਤੇ ਸਿੱਖਣ ਦੇ ਪ੍ਰਭਾਵਾਂ ਦਾ ਅੰਤਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸੋ ਹੁਣ ਗੱਲ ਕਰਦੇ ਹਾਂ ਜੀ ਥਰਡ ਆਪਸ਼ਨ। ਥਰਡ ਆਪਸ਼ਨ ਹੈ ਜੀ ਜਦੋਂ ਉਹ ਕੁਝ ਆਦਤਾਂ ਨੂੰ ਵਿਕਸਿਤ ਕਰ ਲੈਂਦਾ ਹੈ ਅਤੇ ਸਿੱਖਣ ਦੀਆਂ ਕੁਸ਼ਲਤਾਵਾਂ ਨੂੰ ਗ੍ਰਹਿਣ ਕਰ ਲਵੇ। ਜਦੋਂ ਬੱਚਾ ਕੁਝ ਆਦਤਾਂ ਨੂੰ ਵਿਕਸਿਤ ਕਰ ਲਵੇ ਔਰ ਸਿੱਖਣ ਦੀਆਂ ਕੁਸ਼ਲਤਾਵਾਂ ਨੂੰ ਗ੍ਰਹਿਣ ਕਰ ਲਵੇ। ਕਈ ਵਾਰ ਬਾਲਕ ਵਿੱਚ ਕੁਝ ਆਦਤਾਂ ਕਾਰਨ ਵੀ ਪਰਿਪੱਕਤਾ ਆ ਜਾਂਦੀ ਹੈ। ਉਦਾਹਰਨ ਦੇ ਤੌਰ 'ਤੇ ਸੜਕ ਕਿਨਾਰੇ ਰਹਿਣ ਵਾਲੇ ਝੁੱਗੀ ਝੌਂਪੜੀ ਵਾਲਿਆਂ ਦੇ ਛੋਟੇ ਛੋਟੇ ਬੱਚੇ ਸਾਰਾ ਦਿਨ ਹੈਵੀ ਟ੍ਰੈਫਿਕ ਵਾਲੀ ਸੜਕ 'ਤੇ ਰਹਿੰਦੇ ਹਨ, ਜਿਸ ਦੀ ਉਹਨਾਂ ਨੂੰ ਆਦਤ ਪੈ ਜਾਂਦੀ ਹੈ ਅਤੇ ਉਹ ਕਿਸੇ ਵੀ ਗੱਡੀ ਮੋਟਰ ਥੱਲੇ ਨਹੀਂ ਆਉਂਦੇ, ਕਿਉਂਕਿ ਉਹਨਾਂ ਵਿੱਚ ਸੜਕ 'ਤੇ ਰਹਿਣ ਦੀ ਆਦਤ ਕਾਰਨ ਆਵਾਜਾਈ ਦੇ ਨਿਯਮਾਂ ਸੰਬੰਧੀ ਮੈਚਿਓਰਟੀ ਆ ਜਾਂਦੀ ਹੈ। ਜਦ ਕਿ ਆਪਣੇ ਬੱਚਿਆਂ ਨੂੰ ਆਪਾਂ ਸੜਕ ਦੇ ਕਿਨਾਰੇ ਖੜਾਉਣ ਤੋਂ ਵੀ ਡਰਦੇ ਹਾਂ, ਕਿਉਂਕਿ ਉਹ ਆਪਦਾ ਕੋਈ ਵੀ ਨੁਕਸਾਨ ਉੱਥੇ ਕਰਾ ਸਕਦੇ ਆ, ਕਿਉਂਕਿ ਉਹਨਾਂ ਵਿੱਚ ਸੜਕ ਉੱਪਰ ਖੜਨ ਦੀ ਮੈਚਿਓਰਟੀ ਨਹੀਂ ਹੁੰਦੀ। ਸੋ ਇਹ ਆਪਸ਼ਨ ਵੀ ਬਿਲਕੁਲ ਸਹੀ ਹੈ ਕਿ ਪਰਿਪੱਕਤਾ ਅਤੇ ਸਿੱਖਣ ਦੇ ਪ੍ਰਭਾਵ ਦਾ ਅੰਤਰ ਕਰਨਾ ਆਪਾਂ ਨੂੰ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਬੱਚਾ ਕੁਝ ਆਦਤਾਂ ਨੂੰ ਵਿਕਸਿਤ ਕਰ ਲੈਂਦਾ ਹੈ ਅਤੇ ਸਿੱਖਣ ਦੀਆਂ ਕੁਸ਼ਲਤਾਵਾਂ ਨੂੰ ਗ੍ਰਹਿਣ ਕਰ ਲੈਂਦਾ ਹੈ। ਸੋ ਤਿੰਨੇ ਹੀ ਆਪਸ਼ਨਾਂ ਸਹੀ ਹਨ। ਇਸ ਲਈ ਉਪਰੋਕਤ ਹੀ ਸਾਰੇ ਹੀ ਮਤਲਬ ਉੱਤਰ ਡੀ ਜੋ ਹੈ ਆਪਸ਼ਨ ਡੀ ਇਹਦਾ ਸਹੀ ਜਵਾਬ ਹੈ, ਉਪਰੋਕਤ ਸਾਰੇ ਹੀ। ਸੋ ਆਈ ਥਿੰਕ ਤੁਹਾਨੂੰ ਇਹ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿ ਪਰਿਪੱਕਤਾ ਅਤੇ ਸਿੱਖਣ ਦੇ ਪ੍ਰਭਾਵਾਂ ਦਾ ਅੰਤਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਪਹਿਲਾ ਕਾਰਨ ਸੈਰੀਬਲ ਕਾਰਟਸ ਡਿਵੈਲਪ ਹੋ ਜਾਂਦੀ ਹੈ। ਦੂਜਾ ਕਾਰਨ ਬੱਚੇ ਦੀਆਂ ਰੁਚੀਆਂ ਅਤੇ ਪਸੰਦਾਂ ਇਸ 'ਤੇ ਪ੍ਰਭਾਵ ਪਾ ਦਿੰਦੀਆਂ ਹਨ। ਔਰ ਥਰਡ ਕਾਰਨ ਹੈ ਕਿ ਕੁਝ ਆਦਤਾਂ ਉਹ ਵਿਕਸਿਤ ਕਰ ਲੈਂਦਾ ਹੈ, ਜਿਸ ਕਾਰਨ ਵੀ ਆਪਾਂ ਨੂੰ ਪਰਿਪੱਕਤਾ ਅਤੇ ਸਿੱਖਣ ਦੇ ਪ੍ਰਭਾਵ ਦਾ ਅੰਤਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਜੀ ਅਗਲੇ ਕੁਐਸਚਨ ਦੀ। ਅਗਲਾ ਕੁਐਸਚਨ ਹੈ ਬਾਲਕ ਦਾ ਵਿਕਾਸ ਇੱਕ ਡੈਸ਼ ਹੈ
ਆਪਾਂ ਨੂੰ ਖਾਲੀ ਸਥਾਨ ਦਿੱਤਾ ਹੋਇਆ। ਹੇਠਾਂ 4 ਆਪਸ਼ਨਾਂ ਨੇ ਔਰ ਆਪਾਂ ਇਹਨਾਂ 4 ਆਪਸ਼ਨਾਂ ਵਿੱਚੋਂ ਇਸ ਖਾਲੀ ਸਥਾਨ ਨੂੰ ਫਿਲ ਕਰਨਾ ਹੈ। ਸੋ ਬਾਲਕ ਦਾ ਵਿਕਾਸ ਇੱਕ ਡੈਸ਼ ਹੈ। ਇਸ ਦਾ ਜਵਾਬ ਹੈ ਕਿ ਤੁਸੀਂ ਇਸ ਨੂੰ ਪੱਕੇ ਤੌਰ 'ਤੇ ਯਾਦ ਕਰ ਲਓ ਕਿ ਵਿਕਾਸ ਵਿਸਤ੍ਰਿਤ ਅਤੇ ਵਿਆਪਕ ਹੁੰਦਾ ਹੈ। ਮੀਨਸ ਵਿਕਾਸ ਜੋ ਆਪਾਂ ਬੱਚੇ ਵਿੱਚ ਵਿਕਾਸ ਵਾਪਰਦਾ ਹੈ ਬਚਪਨ ਤੋਂ ਲੈ ਕੇ ਬੁਢਾਪੇ ਤੱਕ, ਇਹਦਾ ਖੇਤਰ ਬਹੁਤ ਵਿਸਤ੍ਰਿਤ ਅਤੇ ਵਿਆਪਕ ਹੈ। ਇੱਕ ਨਾ ਰੁਕਣ ਵਾਲਾ ਹੁੰਦਾ ਹੈ। ਹਾਂਜੀ, ਇਸ ਦੀ ਗਤੀ ਘੱਟ ਜ਼ਿਆਦਾ ਹੋ ਸਕਦੀ ਹੈ। ਠੀਕ ਹੈ, ਵਿਕਾਸ ਮਨੁੱਖ ਵਿੱਚ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਜਿੱਥੇ ਸਰੀਰਕ ਵਿਕਾਸ ਇੱਕ ਉਮਰ ਸੀਮਾ ਤੋਂ ਬਾਅਦ ਰੁਕ ਜਾਂਦਾ ਹੈ ਤਾਂ ਆਪਾਂ ਸੋਚਦੇ ਹਾਂ ਸ਼ਾਇਦ ਵਿਕਾਸ ਰੁਕ ਗਿਆ, ਪਰ ਨਹੀਂ, ਵਿਕਾਸ ਨਹੀਂ ਰੁਕਦਾ। ਵਿਕਾਸ ਮਾਨਸਿਕ ਤੌਰ 'ਤੇ, ਭਾਵਨਾਤਮਕ ਤੌਰ 'ਤੇ, ਮਨੋ ਸਰੀਰਕ ਕਿਰਿਆਵਾਂ ਰਾਹੀਂ ਹੁੰਦਾ ਹੀ ਰਹਿੰਦਾ ਹੈ ਅਤੇ ਚੱਲਦਾ ਹੀ ਰਹਿੰਦਾ ਹੈ। ਸੋ ਬੱਚੇ ਵਿੱਚ ਵਿਕਾਸ ਦੇ ਧਿਆਨ ਦਾ ਖੇਤਰਫਲ ਬਹੁਤ ਹੀ ਵਿਸਤ੍ਰਿਤ ਅਤੇ ਵਿਆਪਕ ਹੁੰਦਾ ਹੈ। ਸੋ ਸਹੀ ਆਪਸ਼ਨ ਹੈ ਜੀ ਇਸ ਦਾ ਸਹੀ ਉੱਤਰ ਹੈ ਉੱਤਰ ਸੀ, ਵਿਸਤ੍ਰਿਤ ਅਤੇ ਵਿਆਪਕ। ਬਾਲਕ ਦਾ ਵਿਕਾਸ ਇੱਕ ਵਿਸਤ੍ਰਿਤ ਅਤੇ ਵਿਆਪਕ ਹੁੰਦਾ ਹੈ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਪ੍ਰਸ਼ਨ ਦੀ। ਅਗਲਾ ਪ੍ਰਸ਼ਨ ਹੈ, ਵਿਕਾਸ ਦੇ ਸੰਕਲਪ ਤੋਂ ਤੁਹਾਡਾ ਕੀ ਭਾਵ ਹੈ? ਸੋ ਆਪਾਂ ਵਿਕਾਸ ਦੀ ਪਰਿਭਾਸ਼ਾ ਵਿੱਚ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਵਿਕਾਸ ਕੀ ਹੈ। ਕੋਈ ਵੀ ਵਿਕਾਸ ਦਾ ਜੋ ਕੁਐਸਚਨ ਆ ਜਾਂਦਾ ਸਭ ਤੋਂ ਪਹਿਲਾਂ ਆਪਣੇ ਦਿਮਾਗ 'ਚ ਵਿਕਾਸ ਦੀ ਪਰਿਭਾਸ਼ਾ ਘੁੰਮਣੀ ਚਾਹੀਦੀ ਹੈ। ਸਾਰਾ ਉੱਤਰ ਉਸ ਦੇ ਵਿੱਚ ਹੀ ਛੁਪਿਆ ਹੁੰਦਾ ਹੈ। ਸੋ ਵਿਕਾਸ ਦੀ ਪਰਿਭਾਸ਼ਾ ਹੈ ਬਚਪਨ ਤੋਂ ਲੈ ਕੇ ਬੁਢਾਪੇ ਤੱਕ। ਧਿਆਨ ਦੇਣਾ, ਬਚਪਨ ਤੋਂ ਲੈ ਕੇ ਬੁਢਾਪੇ ਤੱਕ ਮਨੁੱਖ ਦੀਆਂ ਬੁੱਧਾਤਮਕ, ਭਾਵਨਾਤਮਕ, ਬੌਧਿਕ ਅਤੇ ਸਮਾਜਿਕ ਸਮਰੱਥਾਵਾਂ ਅਤੇ ਆਮ ਜੀਵਨ ਕਾਲ ਦੌਰਾਨ ਕਾਰਜਸ਼ੀਲਤਾ ਦਾ ਗੁਣਾਤਮਕ ਅਤੇ ਪ੍ਰਮਾਣਾਤਮਕ ਅਧਿਐਨ ਹੈ। ਸੋ ਬੱਚੇ ਦੇ ਵਿਕਾਸ ਵਿੱਚ ਆਈ ਤੇਜ਼ੀ ਨੂੰ ਨਾਪਣ ਲਈ, ਘਟਾਓ ਨੂੰ ਨਾਪਣ ਲਈ, ਜਾਣਨ ਲਈ ਵਿਸ਼ੇਸ਼ ਤੌਰ 'ਤੇ ਗੁਣਾਤਮਕ ਅਤੇ ਸੰਖਿਆ ਮੂਲਕ ਸਾਰਣੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਹੈ। ਸੋ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ, ਗੁਣਾਤਮਕ ਅਤੇ ਸੰਖਿਆ ਮੂਲਕ ਪਰਿਵਰਤਨ ਦੋਨੇ ਹੀ। ਗੁਣਾਤਮਕ ਅਤੇ ਸੰਖਿਆ ਮੂਲਕ ਪਰਿਵਰਤਨਾਂ ਦਾ ਅਧਿਐਨ ਵਿਕਾਸ ਵਿੱਚ ਕੀਤਾ ਜਾਂਦਾ ਹੈ। ਬੱਚੇ ਦੇ ਵਿਕਾਸ ਵਿੱਚ ਆਈ ਤੇਜ਼ੀ ਨੂੰ ਜਾਣਨ ਲਈ, ਘਟਾਓ ਨੂੰ ਜਾਣਨ ਲਈ, ਹਰ ਇੱਕ ਪੱਖ ਨੂੰ ਜਾਣਨ ਲਈ ਸਾਰਣੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਬੱਚੇ ਦੀ ਡਿਵੈਲਪਮੈਂਟ ਨੂੰ ਜੱਜ ਕੀਤਾ ਜਾਂਦਾ ਹੈ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਪ੍ਰਸ਼ਨ ਦੀ। ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਵਿਕਾਸ ਦੇ ਚਿੰਨ੍ਹਾਂ ਵਿੱਚ ਸ਼ਾਮਿਲ ਹੈ? ਸੋ ਆਪਾਂ ਨੂੰ 4 ਆਪਸ਼ਨਾਂ ਦਿੱਤੀਆਂ ਨੇ ਔਰ ਇਹ ਪੁੱਛਿਆ ਜਾ ਰਿਹਾ ਕਿ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਵਿਕਾਸ ਦਾ ਚਿੰਨ੍ਹ ਹੈ ਜਾਂ ਵਿਕਾਸ ਦੇ ਚਿੰਨ੍ਹਾਂ ਵਿੱਚ ਸ਼ਾਮਿਲ ਕੀਤੀ ਜਾ ਸਕਦੀ ਹੈ, ਜਿਸ ਤੋਂ ਪੜ੍ਹ ਕੇ ਪਤਾ ਲੱਗੇ ਕਿ ਵਿਕਾਸ ਹੋਇਆ ਹੈ। ਸੋ ਇਹਦੇ ਲਈ ਆਪਾਂ ਨੂੰ ਇਕੱਲੀ ਆਪਸ਼ਨਸ ਪੜ੍ਹਨੀ ਪਵੇਗੀ। ਸੋ ਪਹਿਲੀ ਇਹ ਆਪਸ਼ਨ ਹੈ ਜੀ, ਵਿਅਕਤੀ ਦੇ ਸਰੀਰ ਆਕਾਰ ਵਿੱਚ ਤਬਦੀਲੀਆਂ ਆਉਂਦੀਆਂ ਹਨ। ਸੋ ਆਪਾਂ ਵਿਕਾਸ ਦਾ ਚਿੰਨ੍ਹ ਦੱਸਣਾ ਹੈ ਤਾਂ ਬਿਲਕੁਲ ਸਹੀ ਇਹ ਲਿਖੀ ਗਈ ਹੈ ਗੱਲ। ਜਦੋਂ ਵੀ ਬੱਚੇ ਅੰਦਰ ਜਾਂ ਵਿਅਕਤੀ ਅੰਦਰ ਵਿਕਾਸ ਵਾਪਰਦਾ ਹੈ ਤਾਂ ਵਿਅਕਤੀ ਦੇ ਵਿੱਚ ਸਰੀਰਕ ਬਦਲਾਵ ਆਉਂਦੇ ਹਨ ਔਰ ਇਹਨਾਂ ਬਦਲਾਵਾਂ ਨੂੰ ਆਪਾਂ ਪ੍ਰਤੱਖ ਦੇਖ ਸਕਦੇ ਹਾਂ। ਇਸ ਕਰਕੇ ਇਹ ਆਪਸ਼ਨ ਵਿਅਕਤੀ ਦੇ ਸਰੀਰ ਆਕਾਰ ਵਿੱਚ ਤਬਦੀਲੀਆਂ ਆਉਂਦੀਆਂ ਹਨ ਬਿਲਕੁਲ ਸਹੀ ਹੈ। ਹੁਣ ਆਪਾਂ ਦੂਸਰੀ ਆਪਸ਼ਨ ਦੀ ਗੱਲ ਕਰਦੇ ਹਾਂ। ਦੂਸਰੀ ਆਪਸ਼ਨ ਹੈ ਜੀ ਬੀ ਨੰਬਰ, ਵਿਅਕਤੀ ਦੇ ਪੁਰਾਣੇ ਲੱਛਣ ਖਤਮ ਹੋ ਜਾਂਦੇ ਹਨ ਅਤੇ ਵਿਅਕਤੀ ਅੰਦਰ ਨਵੇਂ ਲੱਛਣ ਵੀ ਉਪਜਦੇ ਹਨ। ਸੋ ਵਿਕਾਸ ਦੇ ਲਿਹਾਜ਼ ਨਾਲ ਇਹ ਵੀ ਗੱਲ ਸਹੀ ਕਹੀ ਗਈ ਹੈ, ਕਿਉਂਕਿ ਜਦੋਂ ਵਿਕਾਸ ਹੁੰਦਾ ਹੈ, ਬਚਪਨ ਨਿਕਲ ਜਾਂਦਾ ਹੈ ਤਾਂ ਅਡੋਲਸੈਂਸ ਉਮਰ ਆਉਂਦੀ ਹੈ ਤਾਂ ਨਵੇਂ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਹਨ। ਸੋ ਜਿਵੇਂ ਹੀ ਬਾਲ ਅਵਸਥਾ ਖਤਮ ਹੋਈ, ਕਿਸ਼ੋਰ ਅਵਸਥਾ ਦੇ ਨਵੇਂ ਲੱਛਣ ਆਪਾਂ ਪ੍ਰਤੱਖ ਦੇਖ ਸਕਦੇ ਹਾਂ। ਸੋ ਇਹ ਵੀ ਵਿਕਾਸ ਦੇ ਚਿੰਨ੍ਹਾਂ ਵਿੱਚ ਸ਼ਾਮਿਲ ਹੈ, ਬੀ ਆਪਸ਼ਨ ਵੀ। ਸੋ ਬੀ ਵੀ ਇੱਕ ਸਹੀ ਆਪਸ਼ਨ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸੀ ਆਪਸ਼ਨ ਦੀ। ਸੀ ਆਪਸ਼ਨ ਵਿੱਚ ਕਿਹਾ ਗਿਆ ਹੈ ਕਿ ਸਮਾਂ ਬੀਤਣ ਨਾਲ ਵਿਅਕਤੀ ਸਿੱਖਣ ਦਾ ਅਤੇ ਪਰਿਪੱਕ ਹੁੰਦਾ ਹੈ। ਬਿਲਕੁਲ ਸਹੀ ਕਥਨ ਹੈ। ਜਿਵੇਂ ਜਿਵੇਂ ਪੁਰਾਣੀ ਅਤੇ ਵਾਧਾ ਵਾਪਰਦਾ ਜਾਂਦਾ ਹੈ, ਉਸ ਦੀ ਉਮਰ ਦੇ ਹਿਸਾਬ ਨਾਲ ਪਰਿਪੱਕਤਾ ਉਸ ਵਿੱਚ ਆਉਂਦੀ ਜਾਂਦੀ ਹੈ ਔਰ ਇਹ ਘੱਟ ਵੱਧ ਹੋ ਸਕਦੀ ਹੈ। ਪਰਿਪੱਕਤਾ ਕਿਸੇ ਵਿੱਚ ਮੈਚੋਰਿਟੀ ਜ਼ਿਆਦਾ ਆ ਜਾਏ, ਕਿਸੇ ਵਿੱਚ ਘੱਟ ਆ ਜਾਏ, ਪਰ ਸਮਾਂ ਬੀਤਣ ਦੇ ਨਾਲ ਨਾਲ ਸਿੱਖਣ ਦੀ ਸਮਰੱਥਾ ਔਰ ਪਰਿਪੱਕਤਾ ਵੱਧਦੀ ਜਾਂਦੀ ਹੈ। ਸੋ ਇਸ ਹਿਸਾਬ ਨਾਲ ਤਿੰਨੇ ਹੀ ਆਪਸ਼ਨਾਂ ਵਿਕਾਸ ਦੇ ਚਿੰਨ੍ਹਾਂ ਵਿੱਚ ਸ਼ਾਮਿਲ ਹਨ ਔਰ ਇਸ ਲਈ ਇਸ ਦਾ ਸਹੀ ਜਵਾਬ ਹੈ ਉੱਤਰ ਡੀ, ਉਪਰੋਕਤ ਸਾਰੇ ਹੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਪ੍ਰਸ਼ਨ ਦੀ। ਅਗਲਾ ਪ੍ਰਸ਼ਨ ਹੈ, ਵਿਕਾਸ ਭਰੂਣ ਅਵਸਥਾ ਤੋਂ ਪਰਿਪੱਕਤਾ ਤੱਕ, ਯਾਨੀ ਕਿ ਮੈਚਿਓਰਿਟੀ ਤੱਕ, ਭਰੂਣ ਅਵਸਥਾ ਤੋਂ ਮੈਚਿਓਰਿਟੀ ਤੱਕ
ਵਿਕਾਸ ਪੂਰਨ ਅਵਸਥਾ ਤੋਂ ਪਰਿਪੱਕਤਾ ਤੱਕ ਦੇ ਪਰਿਵਰਤਨਾਂ ਦੀ ਲੜੀ ਹੁੰਦਾ ਹੈ। ਇਹ ਕਿਸ ਦਾ ਕਥਨ ਹੈ? ਜੋ ਵਿਕਾਸ ਹੈ ਉਹ ਭਰੂਣ ਅਵਸਥਾ ਤੋਂ ਲੈ ਕੇ ਪਰਿਪੱਕਤਾ ਆਉਣ ਤੱਕ ਜਿੰਨੇ ਵੀ ਪਰਿਵਰਤਨ ਹੁੰਦੇ ਹਨ ਉਹਨਾਂ ਦੀ ਇੱਕ ਲੜੀ ਹੁੰਦਾ ਹੈ। ਇਹ ਕਿਸ ਦਾ ਕਥਨ ਹੈ? ਸੋ ਇਹ ਕਥਨ ਪੁੱਛਿਆ ਗਿਆ ਕਿਸ ਦੀ ਡੈਫੀਨੇਸ਼ਨ ਹੈ। ਹੇਠਾਂ ਆਪਾਂ ਨੂੰ 4 ਨਾਮ ਦੇ ਦਿੱਤੇ ਗਏ ਆ। ਸੋ ਇਸ ਦਾ ਸਹੀ ਜਵਾਬ ਹੈ ਜੀ ਸੀ ਆਪਸ਼ਨ, ਵੈਬਸਟਰ ਸ਼ਬਦਕੋਸ਼। ਇਹ ਜੋ ਸੈਂਟੈਂਸ ਹੈ ਜਾਂ ਡੈਫੀਨੇਸ਼ਨ ਹੈ ਵੈਬਸਟਰ ਡਿਕਸ਼ਨਰੀ ਵਿੱਚੋਂ ਲਈ ਗਈ ਹੈ। ਵੈਬਸਟਰ ਸ਼ਬਦਕੋਸ਼ ਇੱਕ ਡਿਕਸ਼ਨਰੀ ਹੈ ਜੋ ਕਿ ਨੋਆ ਵੈਬਸਟਰ ਵੱਲੋਂ ਤਿਆਰ ਕੀਤੀ ਗਈ ਸੀ ਔਰ ਉਹਨਾਂ ਦੀ ਮੌਤ ਤੋਂ ਬਾਅਦ ਇਸ ਦਾ ਨਾਮ ਵੈਬਸਟਰ ਡਿਕਸ਼ਨਰੀ ਰੱਖ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਨਾਮ ਸੀ ਨੋਆ ਵੈਬਸਟਰ। ਸੋ ਮੌਤ ਤੋਂ ਬਾਅਦ ਉਹਨਾਂ ਨਾਮ ਇਸ ਡਿਕਸ਼ਨਰੀ ਦਾ ਨਾਮ ਪੈ ਗਿਆ ਵੈਬਸਟਰ ਡਿਕਸ਼ਨਰੀ। ਸੋ ਇਹ ਜੋ ਡੈਫੀਨੇਸ਼ਨ ਦਿੱਤੀ ਗਈ ਹੈ ਵਿਕਾਸ ਦੀ ਇਹ ਨੋਆ ਵੈਬਸਟਰ ਡਿਕਸ਼ਨਰੀ ਤੋਂ ਲਈ ਗਈ ਹੈ। ਸੋ ਸਹੀ ਉੱਤਰ ਹੈ ਆਪਸ਼ਨ ਸੀ। ਹਾਂਜੀ, ਹੁਣ ਆਪਾਂ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਅਗਲਾ ਪ੍ਰਸ਼ਨ ਆਪਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਵਿਕਾਸ ਅਨੇਕ ਸੰਰਚਨਾਵਾਂ ਅਤੇ ਕਾਰਜ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਦੀ ਜਟਿਲ ਪ੍ਰਕਿਰਿਆ ਹੈ। ਇਹ ਧਾਰਨਾ ਕਿਸ ਨੇ ਦਿੱਤੀ? ਸੋ ਵਿਕਾਸ ਦੀ ਇੱਕ ਡੈਫੀਨੇਸ਼ਨ ਹੈ ਕਿ ਵਿਕਾਸ ਅਨੇਕ ਸੰਰਚਨਾਵਾਂ ਅਤੇ ਕਾਰਜ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਦੀ ਜਟਿਲ ਪ੍ਰਕਿਰਿਆ ਹੈ। ਇਹ ਡੈਫੀਨੇਸ਼ਨ, ਇਹ ਧਾਰਨਾ ਕਿਸ ਨੇ ਦਿੱਤੀ? ਸੋ ਇਹ ਤੁਹਾਨੂੰ ਯਾਦ ਕਰਨੀ ਪਏਗੀ। ਇਹ ਐਂਡਰਸਨ ਦੀ ਡੈਫੀਨੇਸ਼ਨ ਹੈ। इसका सही जवाब है ए ऑप्शन एंडरसन दी। सो ये जो धारणा है एंडरसन वालों दिती गई है। हुण गल करते हैं जी आप अगले प्रश्न की। अगला प्रश्न है विकास बारे इन्हां विचों किहड़ा कथन गलत है। यानी कि आपां नूं 4 जो हैगियां ऑप्शनां दित्तियां ने जो विकास बारे हन और आपां ये दसना कि किहड़ी ऑप्शन विकास नूं सही तरीके नाल परिभाषित नहीं कर रही ਜਾਂ ਵਿਕਾਸ ਬਾਰੇ ਉਹ ਆਪਸ਼ਨ ਸਹੀ ਨਹੀਂ ਹੈ ਜਾਂ ਗਲਤ ਹੈ। ਸੋ ਇਹਨਾਂ ਆਪਸ਼ਨਸ ਨੂੰ ਪੜ੍ਹਨ ਤੋਂ ਪਹਿਲਾਂ ਆਓ ਆਪਾਂ ਇੱਕ ਵਾਰੀ ਵਿਕਾਸ ਦੀ ਪਰਿਭਾਸ਼ਾ ਨੂੰ ਪੜ੍ਹ ਲੈਂਦੇ ਹਾਂ। ਆਪਾਂ ਪਹਿਲਾਂ ਵੀ ਬਹੁਤ ਸਾਰੇ ਪ੍ਰਸ਼ਨਾਂ ਵਿੱਚ ਵਿਕਾਸ ਦੀ ਪਰਿਭਾਸ਼ਾ ਪੜ੍ਹੀ ਹੈ। ਸੋ ਵਿਕਾਸ ਕੀ ਹੈ? ਵਿਕਾਸ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਮਨੁੱਖ ਦੀਆਂ ਬੁੱਧਾਤਮਕ, ਭਾਵਨਾਤਮਕ, ਬੌਧਿਕ ਅਤੇ ਸਮਾਜਿਕ ਸਮਰੱਥਾਵਾਂ ਅਤੇ ਆਮ ਜੀਵਨ ਕਾਲ ਦੌਰਾਨ ਕਾਰਜਸ਼ੀਲਤਾ ਦਾ ਗੁਣਾਤਮਕ ਅਤੇ ਪ੍ਰਮਾਣਾਤਮਕ ਅਧਿਐਨ ਹੈ। ਸੋ ਆਓ ਹੁਣ ਗੱਲ ਕਰਦੇ ਹਾਂ ਆਪਸ਼ਨਸ ਦੀ। ਪਹਿਲੀ ਆਪਸ਼ਨ ਹੈ ਜੀ ਵਿਕਾਸ ਨੂੰ ਮਾਪਿਆ ਨਹੀਂ ਜਾ ਸਕਦਾ। ਸੋ ਇਹ ਕਥਨ ਬਿਲਕੁਲ ਸਹੀ ਹੈ। ਵਿਕਾਸ ਨੂੰ ਮਾਪਣਾ ਇੱਕ ਬਹੁਤ ਹੀ ਕਠਿਨ ਪ੍ਰਕਿਰਿਆ ਹੈ। ਆਪਾਂ ਸਿਰਫ ਇਹ ਦੇਖ ਸਕਦੇ ਹਾਂ ਕਿ ਵਿਕਾਸ ਕਿਸ ਲੈਵਲ ਦਾ ਜਾਂ ਕਿਸ ਹੱਦ ਤੱਕ ਹੋ ਰਿਹਾ ਵਾ, ਪਰ ਉਹ ਕਿਸ ਹੱਦ ਤੱਕ ਜਾਵੇਗਾ ਇਸ ਨੂੰ ਆਪਾਂ ਮਾਪ ਨਹੀਂ ਸਕਦੇ। ਸੈਕਿੰਡ ਆਪਸ਼ਨ ਹੈ ਕਿ ਵਿਕਾਸ ਇੱਕ ਹੱਦ 'ਤੇ ਜਾ ਕੇ ਰੁਕ ਜਾਂਦਾ ਹੈ। ਸੋ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਵਿਕਾਸ ਇੱਕ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਗਰ ਬੱਚੇ ਦਾ ਸਰੀਰਕ ਵਾਧਾ ਰੁਕ ਗਿਆ ਤਾਂ ਇਹਦਾ ਇਹ ਮਤਲਬ ਨਹੀਂ ਕਿ ਵਿਕਾਸ ਰੁਕ ਗਿਆ। ਵਿਕਾਸ ਮਾਨਸਿਕ ਤੌਰ 'ਤੇ, ਬੁੱਧਾਤਮਕ ਤੌਰ 'ਤੇ, ਭਾਵਨਾਤਮਕ ਤੌਰ 'ਤੇ ਹੁੰਦਾ ਹੀ ਰਹਿੰਦਾ ਹੈ। ਸੋ ਵਿਕਾਸ ਇੱਕ ਹੱਦ ਤੱਕ ਨਾ ਰੁਕਣ ਵਾਲੀ ਪ੍ਰਕਿਰਿਆ ਬੀ ਆਪਸ਼ਨ ਵਿੱਚ ਕਿਹਾ ਗਿਆ ਹੈ ਜੋ ਕਿ ਇੱਕ ਗਲਤ ਹੈ। ਸੋ ਵਿਕਾਸ ਦੇ ਕਥਨ ਨਾਲ ਇਹ ਮੇਲ ਨਹੀਂ ਖਾਂਦੀ। ਸੋ ਇਹਦਾ ਉੱਤਰ ਹੈ ਬੀ, ਵਿਕਾਸ ਇੱਕ ਹੱਦ ਤੱਕ ਜਾ ਕੇ ਰੁਕ ਜਾਂਦਾ ਹੈ। ਇਹ ਵਿਕਾਸ ਦੇ ਕਥਨ ਨਾਲ ਮੇਲ ਨਹੀਂ ਖਾ ਰਹੀ ਆਪਸ਼ਨ, ਇਸ ਲਈ ਬੀ ਨੂੰ ਆਪਾਂ ਟਿਕ ਕਰਾਂਗੇ। ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਵੱਲ। ਅਗਲਾ ਪ੍ਰਸ਼ਨ ਹੈ ਵਿਕਾਸ ਦੇ ਲੱਛਣਾਂ ਵਿੱਚ ਕੀ ਸ਼ਾਮਿਲ ਹੈ। ਸੋ ਹੇਠਾਂ ਆਪਾਂ ਨੂੰ ਕੁਝ ਲੱਛਣ ਦਿੱਤੇ ਨੇ ਔਰ ਆਪਾਂ ਸਹੀ ਆਪਸ਼ਨ 'ਤੇ ਟਿਕ ਲਾ ਕੇ ਦੱਸਣਾ ਹੈ ਕਿ ਕਿਹੜੀ ਆਪਸ਼ਨ ਵਿਕਾਸ ਦੇ ਲੱਛਣਾਂ ਵਿੱਚ ਸ਼ਾਮਿਲ ਹੈ। ਸੋ ਇਸ ਲਈ ਆਪਾਂ ਨੂੰ ਇਕੱਲੀ ਆਪਸ਼ਨ ਪੜ੍ਹਨੀ ਪਵੇਗੀ। ਸੋ ਗੱਲ ਕਰਦੇ ਹਾਂ ਜੀ ਪਹਿਲੀ ਏ ਆਪਸ਼ਨ ਦੀ। ਏ ਆਪਸ਼ਨ ਹੈ ਵਿਕਾਸ ਜ਼ਿਆਦਾ ਵਿਸਤ੍ਰਿਤ ਅਤੇ ਵਿਆਪਕ ਹੁੰਦਾ ਹੈ। ਸੋ ਇਹ ਬਿਲਕੁਲ ਸਹੀ ਹੈ। ਵਿਕਾਸ ਇੱਕ ਵਿਸਤ੍ਰਿਤ ਅਤੇ ਵਿਆਪਕ ਪ੍ਰਕਿਰਿਆ ਹੈ। ਇਹ ਨਾ ਰੁਕਣ ਵਾਲੀ ਹੁੰਦੀ ਹੈ। ਵਿਕਾਸ ਕਦੇ ਨਹੀਂ ਰੁਕਦਾ। ਹਾਂਜੀ, ਇਸ ਦੀ ਗਤੀ ਘੱਟ ਜ਼ਿਆਦਾ ਹੋ ਸਕਦੀ ਹੈ। ਵਿਕਾਸ ਮਨੁੱਖ ਵਿੱਚ ਲਗਾਤਾਰ ਚੱਲਦਾ ਰਹਿੰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਅਗਰ ਬੱਚੇ ਦਾ ਸਰੀਰ ਵਧਣਾ ਰੁਕ ਗਿਆ ਤਾਂ ਵਿਕਾਸ ਰੁਕ ਗਿਆ। ਵਿਕਾਸ ਮਾਨਸਿਕ ਤੌਰ 'ਤੇ, ਇਮੋਸ਼ਨਲੀ ਔਰ ਮਨੋਸਰੀਰਕ ਕਿਰਿਆਵਾਂ ਰਾਹੀਂ ਹੁੰਦਾ ਹੀ ਰਹਿੰਦਾ ਹੈ ਔਰ ਇਹ ਕਦੇ ਨਹੀਂ ਰੁਕਦਾ। ਸੋ ਵਿਕਾਸ ਇੱਕ ਵਿਸਤ੍ਰਿਤ ਅਤੇ ਵਿਆਪਕ ਪ੍ਰਕਿਰਿਆ ਹੈ। ਇਹ ਬਿਲਕੁਲ ਸਹੀ ਆਪਸ਼ਨ ਹੈ, ਬਿਲਕੁਲ ਸਹੀ ਟੁਕਦੀ ਹੈ ਵਿਕਾਸ ਉੱਪਰ।
ਸੋ ਹੁਣ ਅਗਲੀ ਆਪਸ਼ਨ ਤੇ ਚੱਲਦੇ ਹਾਂ। ਵਿਕਾਸ ਨਿਰੰਤਰ ਅਤੇ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਵਿਕਾਸ ਸਰੀਰ ਅਤੇ ਸੰਪੂਰਨ ਰੂਪ ਤੇ ਵਿਵਹਾਰ ਵਿੱਚ ਹੋਣ ਵਾਲੇ ਪਰਿਵਰਤਨਾਂ ਨਾਲ ਸੰਬੰਧਿਤ ਹੈ। ਸੋ ਬੀ ਆਪਸ਼ਨ ਵੀ ਬਿਲਕੁਲ ਸਹੀ ਹੈ। ਸਾਰੇ ਆਪਸ਼ਨ ਵਿਕਾਸ ਦੇ ਹੀ ਹੈ। ਵਿਕਾਸ ਜੀਵਨ ਭਰ ਚੱਲਦਾ ਹੈ, ਕਦੇ ਨਹੀਂ ਰੁਕਦਾ, ਔਰ ਆਪਣੇ ਜੋ ਵਿਵਹਾਰ ਵਿੱਚ ਪਰਿਵਰਤਨ ਆਉਂਦੇ ਨੇ ਉਹਨਾਂ ਨਾਲ ਸੰਬੰਧਿਤ ਹੁੰਦਾ ਹੈ। ਬਚਪਨ ਵਿੱਚ ਆਪਣਾ ਵਿਵਹਾਰ ਹੋਰ ਤਰੀਕੇ ਦਾ ਹੁੰਦਾ ਹੈ, ਵੱਡੇ ਹੋਣ ਤੋਂ ਬਾਅਦ ਐਡੋਲਸੈਂਸ ਕਿਸ਼ੋਰ ਅਵਸਥਾ 'ਤੇ ਆ ਕੇ ਆਪਣੇ ਵਿਵਹਾਰ ਵਿੱਚ ਪਰਿਵਰਤਨ ਆਉਂਦੇ ਹਨ। ਬੁਢਾਪੇ ਵਿੱਚ ਵਿਵਹਾਰ ਵਿੱਚ ਹੋਰ ਤਰੀਕੇ ਦੇ ਪਰਿਵਰਤਨ ਆਉਂਦੇ ਹਨ। ਸੋ ਇਹਨਾਂ ਸਭ ਚੀਜ਼ਾਂ ਨੂੰ ਵਿਕਾਸ ਵਿੱਚ ਦੇਖਿਆ ਜਾਂਦਾ ਹੈ। ਸੀ ਆਪਸ਼ਨ ਹੈ ਜੀ, ਇਸ ਦਾ ਅਰਥ ਗਿਣਾਤਮਕ ਅਤੇ ਗੁਣਾਤਮਕ ਦੋਹਾਂ ਤਰ੍ਹਾਂ ਦੇ ਪਰਿਵਰਤਨਾਂ ਨਾਲ ਹੈ। ਸੋ ਵਿਕਾਸ ਦੇ ਵਿੱਚ ਗੁਣਾਤਮਕ ਪਰਿਵਰਤਨਾਂ ਦਾ ਖਾਸ ਤੌਰ 'ਤੇ ਅਧਿਐਨ ਕੀਤਾ ਜਾਂਦਾ ਹੈ। ਆਪਾਂ ਵਿਕਾਸ ਦੀ ਪਰਿਭਾਸ਼ਾ ਪੜ੍ਹੀ ਹੈ ਕਿ ਵਿਕਾਸ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਮਨੁੱਖ ਦੀਆਂ ਬੁੱਧਾਤਮਕ, ਭਾਵਨਾਤਮਕ, ਬੌਧਿਕ ਅਤੇ ਸਮਾਜਿਕ ਸਮਰੱਥਾਵਾਂ ਅਤੇ ਆਮ ਜੀਵਨ ਕਾਲ ਦੌਰਾਨ ਕਾਰਜਸ਼ੀਲਤਾ ਦਾ ਗੁਣਾਤਮਕ ਅਤੇ ਪ੍ਰਮਾਣਾਤਮਕ ਅਧਿਐਨ ਹੈ। ਸੋ ਸੀ ਆਪਸ਼ਨ ਵੀ ਬਿਲਕੁਲ ਸਹੀ ਹੈ। ਤਿੰਨੇ ਹੀ ABC ਆਪਸ਼ਨਾਂ ਵਿਕਾਸ ਦੇ ਲੱਛਣਾਂ ਵਿੱਚ ਸ਼ਾਮਿਲ ਹਨ। ਸੋ ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, ਉਪਰੋਕਤ ਸਾਰੇ ਹੀ। ਹੁਣ ਗੱਲ ਕਰ ਲੈਂਦੇ ਜੀ ਆਪਾਂ ਅਗਲੇ ਪ੍ਰਸ਼ਨ ਦੀ। ਅਗਲਾ ਪ੍ਰਸ਼ਨ ਹੈ, ਜਿੱਥੇ ਵਾਧੇ ਤੋਂ ਭਾਵ ਸਰੀਰ ਦੇ ਵਾਧੇ ਤੋਂ ਹੈ ਉੱਥੇ ਵਿਕਾਸ ਤੋਂ ਭਾਵ। ਸੋ ਆਪਾਂ ਦੱਸਣਾ ਕਿ ਜਿਵੇਂ ਵਾਧੇ ਦਾ ਸੰਬੰਧ ਸਰੀਰ ਦੇ ਵਾਧੇ ਨਾਲ ਹੈ ਤਾਂ ਵਿਕਾਸ ਦਾ ਸੰਬੰਧ ਕਿਸ ਨਾਲ ਹੈ। ਹੇਠਾਂ 4 ਆਪਸ਼ਨਾਂ ਵੀ ਦਿੱਤੀਆਂ ਹਨ। ਸੋ ਪਹਿਲਾਂ ਆਪਾਂ ਨੂੰ ਆਪਸ਼ਨਸ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਵਾਧੇ ਅਤੇ ਵਿਕਾਸ ਦੇ ਵਿੱਚ ਫ਼ਰਕ ਪਤਾ ਹੋਣਾ ਚਾਹੀਦਾ ਹੈ। ਵਾਧਾ ਇੱਕ ਨਿਸ਼ਚਿਤ ਉਮਰ ਤੋਂ ਬਾਅਦ ਰੁਕ ਜਾਂਦਾ ਹੈ, ਪਰ ਜੋ ਵਿਕਾਸ ਹੈ ਉਹ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ, ਉਹ ਜੀਵਨ ਭਰ ਚੱਲਦੀ ਰਹਿੰਦੀ ਹੈ। ਬੱਚੇ ਦੇ ਵਿਚਾਰਾਂ ਵਿੱਚ, ਬੱਚੇ ਦੇ ਇਮੋਸ਼ਨਸ ਵਿੱਚ, ਬੱਚੇ ਦੀ ਮੈਚਿਓਰਿਟੀ ਦੇ ਵਿੱਚ ਲਗਾਤਾਰ ਵਿਕਾਸ ਹੁੰਦਾ ਹੀ ਰਹਿੰਦਾ ਹੈ। ਸੋ ਵਿਕਾਸ ਇੱਕ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਸੋ ਆਓ ਹੁਣ ਗੱਲ ਕਰਦੇ ਹਾਂ ਆਪਸ਼ਨਸ ਦੀ। ਪਹਿਲੀ ਆਪਸ਼ਨ ਹੈ ਕਿ ਵਿਕਾਸ ਤੋਂ ਭਾਵ ਦਿਮਾਗੀ ਵਾਧੇ ਤੋਂ ਹੈ। ਸੋ ਇਕੱਲਾ ਦਿਮਾਗੀ ਵਾਧਾ ਇਹਦੇ ਵਿੱਚ ਸ਼ਾਮਿਲ ਨਹੀਂ ਹੈ, ਇਸ ਵਿੱਚ ਸਾਰੀ ਤਰ੍ਹਾਂ ਦੇ ਵਾਧੇ ਸ਼ਾਮਿਲ ਹੈ, ਚਾਹੇ ਉਸ ਵਿੱਚ ਉਸਦੀ ਚੇਤਨਤਾ ਵਿੱਚ ਵਾਧਾ ਹੋ ਜਾਵੇ, ਉਸਦੀ ਮੈਚਿਓਰਿਟੀ ਵਿੱਚ ਵਾਧਾ ਹੋਇਆ ਹੋਵੇ, ਉਸਦੇ ਵਿਚਾਰਾਂ ਵਿੱਚ ਵਾਧਾ ਹੋਇਆ ਹੋਵੇ, ਉਸਦੇ ਇਮੋਸ਼ਨਸ ਵਿੱਚ ਵਾਧਾ ਹੋਇਆ ਹੋਵੇ। ਸੋ ਇਹ ਆਪਸ਼ਨ ਗਲਤ ਹੋ ਗਈ। ਸੈਕਿੰਡ ਆਪਸ਼ਨ ਹੈ ਜੀ ਬੀ, ਵਿਅਕਤੀ ਦੇ ਵਿਵਹਾਰਾਂ ਵਿੱਚ ਪਰਿਵਰਤਨਾਂ ਤੋਂ ਹੈ। ਸੋ ਇਹ ਬਿਲਕੁਲ ਸਹੀ ਆਪਸ਼ਨ ਹੈ। ਵਿਕਾਸ ਤੋਂ ਭਾਵ ਵਿਅਕਤੀ ਦੇ ਵਿਵਹਾਰਾਂ ਵਿੱਚ ਪਰਿਵਰਤਨਾਂ ਤੋਂ ਹੈ, ਕਿਉਂਕਿ ਇਸ ਵਿੱਚ ਆਪਾਂ ਬੱਚੇ ਦੇ ਵਿਵਹਾਰਾਂ ਵਿੱਚ ਹੋਏ ਪਰਿਵਰਤਨਾਂ ਦਾ ਅਧਿਐਨ ਕਰਦੇ ਹਾਂ। ਜਿਵੇਂ ਕਿ ਆਪਾਂ ਵਿਕਾਸ ਦੀ ਡੈਫੀਨੇਸ਼ਨ ਪਹਿਲਾਂ ਵੀ ਪੜ੍ਹੀ ਹੈ ਕਿ ਵਿਕਾਸ ਤੋਂ ਭਾਵ ਬੱਚੇ ਵਿੱਚ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਉਸ ਦੀਆਂ ਬੁੱਧਾਤਮਕ, ਭਾਵਨਾਤਮਕ, ਬੌਧਿਕ ਅਤੇ ਸਮਾਜਿਕ ਸਮਰੱਥਾਵਾਂ ਅਤੇ ਆਮ ਜੀਵਨ ਕਾਲ ਦੌਰਾਨ ਕਾਰਜਸ਼ੀਲਤਾ ਦਾ ਗੁਣਾਤਮਕ ਅਤੇ ਪ੍ਰਮਾਣਾਤਮਕ ਅਧਿਐਨ ਹੈ। ਸੋ ਜਦੋਂ ਆਪਾਂ ਮਾਨਸਿਕ, ਸਰੀਰਕ, ਬੌਧਿਕ ਇਹਨਾਂ ਚੀਜ਼ਾਂ ਦਾ ਅਧਿਐਨ ਕਰਦੇ ਹਾਂ ਤਾਂ ਇੱਕ ਤਰ੍ਹਾਂ ਨਾਲ ਇਹ ਆਪਣੇ ਵਿਵਹਾਰ ਦਾ ਅਧਿਐਨ ਹੋ ਜਾਂਦਾ ਹੈ ਜਾਂ ਉਸ ਵਿੱਚ ਆਏ ਪਰਿਵਰਤਨਾਂ ਦਾ ਅਧਿਐਨ ਹੋ ਜਾਂਦਾ ਹੈ। ਸੋ ਸਹੀ ਉੱਤਰ ਹੈ ਆਪਸ਼ਨ ਬੀ, ਵਿਕਾਸ ਤੋਂ ਭਾਵ ਵਿਅਕਤੀ ਦੇ ਵਿਵਹਾਰ ਵਿੱਚ ਪਰਿਵਰਤਨਾਂ ਤੋਂ ਹੈ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਪ੍ਰਸ਼ਨ ਦੀ। ਅਗਲਾ ਪ੍ਰਸ਼ਨ ਹੈ, ਤੇਜ਼ ਵਾਧੇ ਅਤੇ ਵਿਕਾਸ ਦਾ ਨਿਰੀਖਣ ਕਿਸ ਵਿਕਾਸਾਤਮਕ ਪੜਾਅ ਵਿੱਚ ਵਾਪਰਦਾ ਹੈ। ਹਾਂਜੀ, ਇੱਕ ਨਵਾਂ ਸ਼ਬਦ ਆਇਆ ਹੈ ਜੀ, ਤੇਜ਼ ਵਾਧਾ ਅਤੇ ਵਿਕਾਸ। ਇਸ ਨੂੰ ਸਮਝਣ ਤੋਂ ਪਹਿਲਾਂ ਆਓ ਇੱਕ ਵਾਰੀ ਆਪਾਂ ਵਿਕਾਸ ਦੇ ਪੜਾਵਾਂ ਨੂੰ ਸਮਝ ਲਈਏ। ਸੋ ਵਿਕਾਸ ਦੇ 3 ਮੁੱਖ ਪੜਾਅ ਹੁੰਦੇ ਹਨ, ਸ਼ਿਸ਼ੂ ਅਵਸਥਾ, ਬਾਲ ਅਵਸਥਾ ਅਤੇ ਕਿਸ਼ੋਰ ਅਵਸਥਾ। ਇਹਨਾਂ ਵਿੱਚੋਂ ਜੋ ਸ਼ਿਸ਼ੂ ਅਵਸਥਾ ਹੈ ਉਹ 0 ਤੋਂ 5 ਸਾਲ ਤੱਕ ਰਹਿੰਦੀ ਹੈ। ਇਸ ਸਮੇਂ ਦੌਰਾਨ ਬੱਚਾ ਚੱਲਣਾ, ਬੋਲਣਾ ਸਭ ਕੁਝ ਸਿੱਖਦਾ ਹੈ। ਉਸ ਵਿੱਚ ਸੰਵੇਗਾਤਮਕ ਵਿਕਾਸ ਵੀ ਹੁੰਦੇ ਹਨ, ਉਸ ਦਾ ਬੌਧਿਕ ਵਿਕਾਸ ਵੀ ਬਹੁਤ ਤੀਬਰਤਾ ਨਾਲ ਹੁੰਦਾ ਹੈ। ਹਰ ਤਰ੍ਹਾਂ ਦੀ ਵਿਵਹਾਰ ਵਿੱਚ ਤਬਦੀਲੀ ਇਸ 5 ਸਾਲਾਂ ਵਿੱਚ ਬੱਚੇ ਵਿੱਚ ਹੁੰਦੀ ਹੈ। ਇਸ ਲਈ 0 ਤੋਂ 5 ਸਾਲ ਤੱਕ ਸ਼ਿਸ਼ੂ ਦੀ ਵਿਕਾਸ ਦੀ ਅਵਸਥਾ ਬਹੁਤ ਤੀਬਰਤਾ ਵਾਲੀ ਹੁੰਦੀ ਹੈ। ਇਸ ਅਵਸਥਾ ਵਿੱਚ ਵਿਕਾਸ ਬਹੁਤ ਤੀਬਰ ਗਤੀ ਨਾਲ ਹੁੰਦਾ ਹੈ। ਸੋ ਇਸ ਪ੍ਰਸ਼ਨ ਦਾ ਉੱਤਰ ਹੈ ਜੀ ਆਪਸ਼ਨ ਸੀ, ਸ਼ਿਸ਼ੂ ਅਵਸਥਾ।
ਤੇਜ਼ ਵਾਧੇ ਅਤੇ ਵਿਕਾਸ ਦਾ ਨਿਰੀਖਣ ਵਿਕਾਸਾਤਮਕ ਪੜਾਅ ਵਿੱਚ ਵਾਪਰਦਾ ਹੈ, ਉਹ ਵਿਕਾਸਾਤਮਕ ਪੜਾਅ ਹੈ ਸ਼ਿਸ਼ੂ ਅਵਸਥਾ। ਹਾਂਜੀ, ਹੁਣ ਆਪਾਂ ਅਗਲੇ ਪ੍ਰਸ਼ਨ ਦੀ ਗੱਲ ਕਰ ਰਹੇ ਹਾਂ। ਅਗਲਾ ਪ੍ਰਸ਼ਨ ਹੈ, ਮਨੁੱਖੀ ਵਿਕਾਸ ਨੂੰ ਕਈ ਖੇਤਰਾਂ ਵਿੱਚ ਵੰਡਿਆ ਜਾਂਦਾ ਹੈ। ਸੋ ਮਨੁੱਖੀ ਵਿਕਾਸ ਨੂੰ ਕਈ ਖੇਤਰਾਂ ਵਿੱਚ ਵੰਡਿਆ ਜਾਂਦਾ ਹੈ ਔਰ ਇਸ ਦੀਆਂ ਹੇਠਾਂ ਆਪਸ਼ਨਾਂ ਦਿੱਤੀਆਂ ਗਈਆਂ ਹਨ। ਸੋ ਇਹਨਾਂ ਆਪਸ਼ਨਾਂ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਇੱਕ ਵਾਰੀ ਵਿਕਾਸ ਦੀ ਪਰਿਭਾਸ਼ਾ ਨੂੰ ਪੜ੍ਹ ਲੈਂਦੇ ਹਾਂ, ਕਿਉਂਕਿ ਵਿਕਾਸ ਦੀ ਪਰਿਭਾਸ਼ਾ ਪੜ੍ਹਨ ਤੋਂ ਬਾਅਦ ਆਪਾਂ ਨੂੰ ਬਿਲਕੁਲ ਕਲੀਅਰ ਹੋ ਜਾਏਗਾ ਔਰ ਆਪਾਂ ਸਹੀ ਜਵਾਬ ਦੇ ਸਕਦੇ ਹਾਂ। ਸੋ ਵਿਕਾਸ ਕੀ ਹੈ? ਵਿਕਾਸ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਮਨੁੱਖ ਦੀਆਂ ਬੌਧਾਤਮਕ, ਭਾਵਨਾਤਮਕ, ਸਰੀਰਿਕ, ਬੌਧਿਕ ਅਤੇ ਸਮਾਜਿਕ ਸਮਰੱਥਾਵਾਂ ਅਤੇ ਆਮ ਜੀਵਨ ਕਾਲ ਦੌਰਾਨ ਕਾਰਜਸ਼ੀਲਤਾ ਦਾ ਗੁਣਾਤਮਕ ਅਤੇ ਪ੍ਰਮਾਣਾਤਮਕ ਅਧਿਐਨ ਹਨ। ਸੋ ਹੁਣ ਆਪਾਂ ਗੱਲ ਕਰਦੇ ਹਾਂ ਆਪਸ਼ਨਸ ਦੀ। ਸੋ ਪਹਿਲੀ ਆਪਸ਼ਨ ਹੈ ਏ, ਸਰੀਰਿਕ, ਵਿਗਿਆਨਾਤਮਕ, ਭਾਵਨਾਤਮਕ ਅਤੇ ਸਮਾਜਿਕ। ਸੋ ਪਰਿਭਾਸ਼ਾ ਵਿੱਚ ਵੀ ਆਪਾਂ ਪੜ੍ਹਿਆ ਹੈ ਕਿ ਜੋ ਵਿਕਾਸ ਹੈ ਬੱਚੇ ਦਾ ਜਾਂ ਵਿਅਕਤੀ ਦਾ ਜਾਂ ਪ੍ਰਾਣੀ ਦਾ ਭਾਵਨਾਤਮਕ, ਸਰੀਰਿਕ, ਬੌਧਿਕ ਅਤੇ ਸਮਾਜਿਕ ਸਮਰੱਥਾਵਾਂ ਨਾਲ ਸੰਬੰਧਿਤ ਹੈ। ਸੋ ਇਹ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਇਸਦਾ। ਬਾਕੀ ਆਪਸ਼ਨਾਂ ਵਿੱਚ ਜਿਸ ਤਰ੍ਹਾਂ ਸੰਵੇਗਾਤਮਕ ਜਾਂ ਗਿਆਨਾਤਮਕ ਬੀ ਆਪਸ਼ਨ ਵਿੱਚ ਲਿਖੇ ਹੋਏ ਸ਼ਬਦ, ਸੰਵੇਗਾਤਮਕ ਅਤੇ ਗਿਆਨਾਤਮਕਤਾ ਭਾਵਨਾਤਮਕ ਵਿਕਾਸ ਦਾ ਹੀ ਹਿੱਸਾ ਹਨ। ਇਸੇ ਤਰ੍ਹਾਂ ਮਨੋਵਿਗਿਆਨਿਕ ਸੀ ਆਪਸ਼ਨ ਵਿੱਚ ਲਿਖਿਆ ਹੈ ਮਨੋਵਿਗਿਆਨ। ਜੋ ਮਨੋਵਿਗਿਆਨ ਹੈ, ਮਨੋਵਿਗਿਆਨ ਸ਼ਬਦ ਵੀ ਸਮਾਜਿਕ ਬਦਲਾਵ ਦਾ ਹਿੱਸਾ ਹੈ। ਸੋ ਇਸ ਤਰ੍ਹਾਂ ਜੋ ਏ ਆਪਸ਼ਨ ਇਸ ਦਾ ਸਹੀ ਜਵਾਬ ਹੈ। ਗੱਲ ਕਰਦੇ ਹਾਂ ਜੀ ਅਗਲੇ ਪ੍ਰਸ਼ਨ ਦੀ। ਅਗਲਾ ਪ੍ਰਸ਼ਨ ਹੈ, ਵਿਕਾਸ ਪਰਿਪੇਖ ਸਮੇਂ ਦੇ ਨਾਲ ਨਾਲ ਸੰਬੰਧਿਤ ਕਿਸ ਵਿੱਚ ਵਾਪਰ ਰਹੇ ਪਰਿਵਰਤਨਾਂ ਨਾਲ ਸੰਬੰਧਿਤ ਹੈ। ਯਾਨੀ ਕਿ ਆਪਾਂ ਨੂੰ ਪੁੱਛਿਆ ਜਾ ਰਿਹਾ ਕਿ ਜਦੋਂ ਆਪਾਂ ਵਿਕਾਸ ਦਾ ਅਧਿਐਨ ਕਰਦੇ ਹਾਂ ਤਾਂ ਇਸ ਵਿੱਚ ਕਿਸ ਤਰ੍ਹਾਂ ਦਾ ਸਮਾਂ ਜਾਂ ਕਿਸ ਤਰ੍ਹਾਂ ਦੀ ਲੜੀ ਨੂੰ ਦੇਖਿਆ ਜਾਂਦਾ ਹੈ। ਸੋ ਇਸ ਦਾ ਜਵਾਬ ਦੇਣ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਦੇ ਹਾਂ ਜੀ। ਵਿਕਾਸ ਜੋ ਹੈ ਜਦੋਂ ਇੱਕ ਬੱਚੇ ਦੇ ਪੈਦਾ ਹੋਣ 'ਤੇ ਵਾਪਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਵਿੱਚ ਆਉਂਦੀ ਹੈ ਸ਼ਿਸ਼ੂ ਅਵਸਥਾ। ਮਨੋਵਿਗਿਆਨਿਕਾਂ ਵੱਲੋਂ ਸ਼ਿਸ਼ੂ ਅਵਸਥਾ ਦੇ ਵਿੱਚ ਵਾਪਰਨ ਵਾਲੇ ਲੱਛਣਾਂ ਦਾ ਬੱਚੇ 'ਤੇ ਅਧਿਐਨ ਕੀਤਾ ਜਾਂਦਾ ਹੈ। ਸ਼ਿਸ਼ੂ ਅਵਸਥਾ ਖਤਮ ਹੋਣ ਤੋਂ ਬਾਅਦ ਆਉਂਦੀ ਹੈ ਬਾਲ ਅਵਸਥਾ ਅਤੇ ਫਿਰ ਆਉਂਦੀ ਹੈ ਕਿਸ਼ੋਰ ਅਵਸਥਾ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇਹ ਜੋ ਲੱਛਣ ਹੈ ਜੋ ਬੱਚੇ ਵਿੱਚ ਲੜੀਬੱਧ ਤਰੀਕੇ ਨਾਲ ਆਉਂਦੇ ਹਨ। ਕਦੇ ਵੀ ਬੱਚੇ ਦੇ ਪੈਦਾ ਹੁੰਦੇ ਹੀ ਕਿਸ਼ੋਰ ਅਵਸਥਾ ਨਹੀਂ ਆਉਂਦੀ, ਸਭ ਤੋਂ ਪਹਿਲਾਂ ਸ਼ਿਸ਼ੂ ਅਵਸਥਾ ਹੀ ਆਵੇਗੀ। ਸੋ ਇੱਕ ਸੀਕੁਐਂਸ ਇਹਨਾਂ ਦਾ ਬਣਿਆ ਹੋਇਆ ਹੈ, ਇੱਕ ਲੜੀ ਬਣੀ ਹੋਈ ਹੈ। ਸੋ ਸੀਕੁਐਂਸ ਨੂੰ ਹਿੰਦੀ ਵਿੱਚ ਕਹਿੰਦੇ ਹਨ ਅਨੁਕ੍ਰਮਾਂਕ, ਯਾਨੀ ਕਿ ਵਾਰੀਸਰ। ਜਿਵੇਂ ਕਿ ਬੱਚਿਆਂ ਦੇ ਰੋਲ ਨੰਬਰ ਵਾਰੀਸਰ ਹੁੰਦੇ ਹਨ, ਸੋ ਇਸੇ ਤਰ੍ਹਾਂ ਵਿਕਾਸ ਵੀ ਵਾਰੀਸਰ ਹੀ ਹੁੰਦਾ ਹੈ, ਵਾਰੀਸਰ ਹੀ ਚੱਲਦਾ ਹੈ। ਸੋ ਇਸ ਦਾ ਜਵਾਬ ਹੈ, ਇਸ ਪ੍ਰਸ਼ਨ ਦਾ ਜਵਾਬ ਹੈ ਕਿ ਵਿਕਾਸ ਪਰਿਪੇਖ ਸਮੇਂ ਦੇ ਨਾਲ ਨਾਲ ਸੰਬੰਧਿਤ ਕਿਸ ਵਿੱਚ ਵਾਪਰ ਰਹੇ ਪਰਿਵਰਤਨਾਂ ਨਾਲ ਸੰਬੰਧਿਤ ਹੈ। ਸੋ ਇਸ ਦਾ ਜਵਾਬ ਹੈ ਅਨੁਕ੍ਰਮਾਂਕ।